ਕਿ ਜੀ ਪਾਰਟੀਸ਼ਨ ਤੇ ਅਸਲ ਦੇ ਵਿੱਚ ਹੋਣੀ ਨਹੀਂ ਸੀ ਚਾਹੀਦੀ। ਇਹ ਤੇ ਕੁਝ ਜਿਵੇਂ ਨਹਿਰੂ ਦੀਆਂ ਗਲਤੀਆਂ ਕਰਕੇ ਪਾਰਟੀਸ਼ਨ ਹੋ ਗਈ। ਅੰਗਰੇਜ਼ ਤੇ ਸਿੱਖ ਰਾਜ ਦਿੰਦੇ ਸੀ ਜੀ, ਪਰ ਸਿੱਖ ਲੀਡਰਸ਼ਿਪ ਨੇ ਲਿਆ ਨਹੀਂ। ਕੀ ਕਦੇ ਸਿੱਖ ਰਾਜ ਦੀ ਆਫਰ ਕੁਝ ਆਈਡੀਆ ਡਿਸਕਸ ਹੋਇਆ ਉਸ ਵੇਲੇ? ਕਿਉਂਕਿ ਬਿਲਕੁਲ ਹੋਇਆ ਹੈ। ਹਾਂਜੀ, ਸਾਡੇ ਸਾਰੇ ਕਮਿਊਨਿਟੀ ਦੇ ਕਲਚਰ 'ਚ ਹੈ ਕਿ ਜੀ ਸਾਡਾ ਰਾਜ ਹੁੰਦਾ ਸੀ, ਜੀ। ਸਾਡਾ ਰਾਜ ਬਣਾਉਣਾ। ਜੀ ਹੁਣ ਅੱਜ ਦਾ ਜਿਹੜਾ ਗਲੋਬਲਾਈਜ਼ਡ ਵਰਲਡ 'ਚ ਅਸੀਂ ਰਹਿ ਰਹੇ ਹਾਂ, ਜੀ ਇਹ ਜਿਹੜਾ ਕੋਈ ਸਟੇਟ ਦਾ ਪੁਰਾਣਾ ਸਾਡੇ ਮਨਾਂ 'ਚ ਸੰਸਕਾਰ ਬੜਿਆ ਕਿ ਸਾਡਾ ਰਾਜ ਹੋਏ, ਕਿ ਉਹ ਰਾਜ ਅੱਜ ਦੀ ਦੁਨੀਆ ਦੇ 'ਚ ਉਹ ਉਸ ਤਰ੍ਹਾਂ ਦੇ ਉਹ ਖਿਆਲ ਪੋਸੀਬਲ ਨੇ ਕਿ ਜਾਂ ਅਸੀਂ ਉਹ ਪੁਰਾਣੇ ਸੰਸਕਾਰ ਲੈ ਕੇ ਅੱਜ ਦੀ ਦੁਨੀਆ ਨਾਲ ਖਾਮਖਾ ਝਗੜ ਰਹੇ ਹਾਂ? ਹੁਣ ਦੇਖੋ ਨਾ, ਇਸ ਨੂੰ ਜੇ ਅਸੀਂ ਕਹੀਏ ਸਾਡਾ ਰਾਜ, ਤੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਫਿਰ ਕਿਸ ਦਾ ਰਾਜ ਸੀ? ਕਿ ਆ ਮੁਗਲਾਂ ਨੂੰ ਵਾਪਸ ਬੁਲਾਈਏ ਕਿ ਵੀ ਸਾਰੇ ਇੰਡੀਆ ਦੇ ਉਹ ਤੁਸੀਂ ਐਮਪਰਰ ਬਣ ਜਾਓ? ਕਿਆ ਮਰਾਠਿਆਂ ਨੂੰ ਕਹੀਏ ਕਿ ਤੁਸੀਂ ਆਪਣੀ ਉਹ ਹਕੂਮਤ ਕਰ ਲਓ? ਜਾਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਡਿਸੈਂਡੈਂਟਸ ਨੇ ਉਹਨੂੰ ਲੱਭੀਏ? ਹਰ ਇੱਕ ਦਾ ਕਲੇਮ ਇਕੁਅਲ ਹੈਗਾ। ਬ੍ਰਿਟਿਸ਼ ਕਹਿਣਗੇ ਸਾਡਾ ਸਾਰੀ ਦੁਨੀਆ 'ਚ ਬ੍ਰਿਟਿਸ਼ ਰਾਜ ਹੋਣਗੇ, ਅਸੀਂ ਵਾਪਸ ਆ ਜਾਂਦੇ ਹਾਂ। ਵਾਟ ਅਬਾਊਟ ਅਸ? ਡਾਕਟਰ ਇਸ਼ਤਿਹਾਕ ਅਹਿਮਦ ਜਾਣੇ ਪਛਾਣੇ ਪੋਲੀਟੀਕਲ ਸਾਇੰਟਿਸਟ ਅਤੇ ਹਿਸਟੋਰੀਅਨ ਨੇ, ਸਵੀਡਨ 'ਚ ਰਹਿੰਦੇ ਨੇ ਤੇ ਯੂਨੀਵਰਸਿਟੀ ਆਫ ਸਟਾਕਹੋਮ 'ਚ ਉਹ ਪ੍ਰੋਫੈਸਰ ਐਮੈਰੀਟਸ ਨੇ। ਤੇ ਉਹਨਾਂ ਨੇ ਜੋ ਕੰਮ ਕੀਤਾ ਸਾਊਥ ਏਸ਼ੀਆ ਦੀ, ਇੰਡੀਅਨ ਸਬ ਕੰਟੀਨੈਂਟ ਦੀ ਹਿਸਟਰੀ ਬਾਰੇ, ਉਹਨਾਂ ਨੂੰ ਲੈ ਕੇ ਪਿਛਲੇ ਕੁਝ ਸਾਲਾਂ ਤੋਂ ਬਹੁਤ ਚਰਚਾ ਉਹਨਾਂ ਦੀ ਕਿਤਾਬਾਂ ਤੇ ਉਹਨਾਂ ਦੇ ਜੋ ਖਿਆਲ ਨੇ ਉਹਨਾਂ ਤੇ ਹੋ ਰਹੀ ਹੈ। ਖਾਸ ਕਰਕੇ ਪੰਜਾਬ ਦੀ ਪਾਰਟੀਸ਼ਨ ਬਾਰੇ ਲਿਖੀ ਉਹਨਾਂ ਦੀ ਕਿਤਾਬ ਨੇ ਬਹੁਤ ਧਿਆਨ ਖਿੱਚਿਆ ਪੰਜਾਬ 'ਚ, ਖਾਸ ਕਰਕੇ ਪੰਜਾਬ ਦੀ ਹਿਸਟਰੀ ਨੂੰ ਜਾਣਨ ਵਾਲੇ ਲੋਕਾਂ ਦਾ। ਤੇ ਹੁਣ ਜਿੰਨਾ ਬਾਰੇ ਉਹਨਾਂ ਦੀ ਕਿਤਾਬ ਵੀ ਚਰਚਾ 'ਚ ਹੈ ਤੇ ਇਸ ਵੇਲੇ ਉਹ ਸਾਡੇ ਨਾਲ ਸਟੂਡੀਓ 'ਚ ਨੇ ਤੇ ਉਹਨਾਂ ਨਾਲ ਅਸੀਂ ਕੁਝ ਗੱਲਬਾਤ ਕਰਾਂਗੇ। ਕੁਝ ਗੱਲਾਂ ਜਿਹੜੀਆਂ ਉਹਨਾਂ ਨੇ ਕਿਤਾਬਾਂ 'ਚ ਕੀਤੀਆਂ ਨੇ, ਕੁਝ ਗੱਲਾਂ ਉਹਨਾਂ ਤੋਂ ਬਾਹਰ ਦੀਆਂ। ਡਾਕਟਰ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਇਨਵਾਈਟ ਕਰਨ ਦੀ। ਤੇ ਤੁਸੀਂ ਪਾਰਟੀਸ਼ਨ ਤੇ ਤਾਂ ਜਿਵੇਂ ਮਤਲਬ ਉਹ ਕੰਮ ਕੀਤਾ ਕਿ ਤੁਸੀਂ ਪੜ੍ਹਦਿਆਂ ਲੱਗਦਾ ਵੀ ਕਿ ਇੱਕ ਉਮਰ 'ਚ ਬੰਦਾ ਇੰਨਾ ਕੰਮ ਹੀ ਕਰ ਸਕਦਾ ਔਰ ਇੰਨਾ ਹੀ ਕਾਫੀ ਹੁੰਦਾ ਜੇ ਬੰਦਾ ਕਰ ਲਵੇ। ਠੀਕ ਹੈ। ਤੇ ਪਾਰਟੀਸ਼ਨ ਨੂੰ ਲੈ ਕੇ ਤਰ੍ਹਾਂ ਦੀ ਇੰਟਰਪ੍ਰੀਟੇਸ਼ਨ ਲੋਕ ਕਰਦੇ ਨੇ ਜੀ। ਤੇ ਸਭ ਤੋਂ ਪਹਿਲਾਂ ਤੇ ਜਿਹੜੀ ਚੀਜ਼ ਜਿਹੜੀ ਅੱਜ ਕੱਲ੍ਹ ਅਸੀਂ ਕਾਫੀ ਸੁਣਦੇ ਹਾਂ ਇੰਡੀਆ 'ਚ ਕਿ ਜੀ ਪਾਰਟੀਸ਼ਨ ਤੇ ਅਸਲ ਦੇ ਵਿੱਚ ਹੋਣੀ ਨਹੀਂ ਸੀ ਚਾਹੀਦੀ। ਇਹ ਤੇ ਕੁਝ ਜਿਵੇਂ ਨਹਿਰੂ ਦੀਆਂ ਗਲਤੀਆਂ ਕਰਕੇ ਪਾਰਟੀਸ਼ਨ ਹੋ ਗਈ ਹੈ। ਮੈਂ ਵੀ ਸੁਣਿਆ ਬਹੁਤ। ਹਾਂ ਹਾਂਜੀ, ਤੇ ਤੁਹਾਡੀ ਕੀ ਅੰਡਰਸਟੈਂਡਿੰਗ ਹੈ? ਕਿਉਂਕਿ ਜਿੰਨਾ ਨੇੜੇ ਤੋਂ ਔਰ ਜਿੰਨਾ ਨਿੱਠ ਕੇ ਤੁਸੀਂ ਉਸ ਦੌਰ ਦੀ ਹਿਸਟਰੀ ਨੂੰ ਸਮਝਿਆ, ਮੇਰਾ ਖਿਆਲ ਹੈ ਸ਼ਾਇਦ ਹੋਰ ਕੋਈ ਵਿਰਲਾ ਹੋਏਗਾ। ਗੱਲ ਇਹ ਵੇ ਕਿ ਮੈਂ ਪੂਰੀ ਉਮਰ ਲਾ ਕੇ ਇਹ ਸਾਰੀ ਚੀਜ਼ਾਂ ਤੇ ਰਿਸਰਚ ਕੀਤੀ ਹੈ ਔਰ ਮੈਨੂੰ ਐਵੀਡੈਂਸ ਕੋਈ ਨਹੀਂ ਮਿਲਿਆ ਕਿ ਨਹਿਰੂ ਨੇ ਕੋਈ ਖਾਸ ਰੋਲ ਪਲੇ ਕੀਤਾ ਹੋਏ ਪਾਰਟੀਸ਼ਨ ਨੂੰ ਮੁਮਕਿਨ ਕਰਾਉਣ 'ਚ। ਉਹਦੇ ਪਿੱਛੇ ਜਿਹੜੀ ਆਰਗੂਮੈਂਟ ਹੈ ਕਿ ਜਿਨ੍ਹਾਂ ਸਾਹਿਬ ਤੇ ਪਾਰਟੀਸ਼ਨ ਦੀ ਗੱਲ ਕਰਦੇ ਸਨ ਸਿਰਫ ਕਿ ਹਿੰਦੁਸਤਾਨ ਵਿੱਚ ਮੁਸਲਮਾਨਾਂ ਨੂੰ ਐਜ਼ ਅ ਨੇਸ਼ਨ ਉਨੇ ਹੀ ਰਾਈਟਸ ਮਿਲ ਜਾਣ ਜਿੰਨੇ ਹਿੰਦੂਆਂ ਦੇ ਕੋਲ ਨੇ, ਔਰ ਨਹਿਰੂ ਔਰ ਕਾਂਗਰਸ ਵਾਲੇ ਜਿਹੜੇ ਨੇ ਉਹਨਾਂ ਨੇ ਇਸ ਨੂੰ ਐਕਸੈਪਟ ਨਹੀਂ ਕੀਤਾ। ਇਹ ਥੀਸਿਸ ਜਿਹੜਾ ਇਹ ਹਿੰਦੁਸਤਾਨ ਦੇ ਵਿੱਚ ਵੀ ਕਈ ਲੋਕਾਂ ਨੇ ਇਸ ਦਾ ਜ਼ਿਕਰ ਕੀਤਾ। ਜਸਵੰਤ ਸਿੰਘ ਉਹਨਾਂ ਦੀ ਕਿਤਾਬ ਵਿੱਚ ਵੀ ਇਹੀ ਆਰਗੂਮੈਂਟ ਹੈ। ਸੁਣਿਆ ਅਡਵਾਨੀ ਜੀ ਨੇ ਵੀ ਜਿਨ੍ਹਾਂ ਸਾਹਿਬ ਨੂੰ ਸੈਕੂਲਰ ਕਦਰੀ ਜਾ ਕੇ ਲਿਖ ਦਿੱਤਾ ਹੈ। ਐਂਡ ਦਿਸ ਇਜ਼ ਵੈਰੀ ਇੰਟਰਸਟਿੰਗ ਕਿ ਜਿਹੜਾ ਬੰਦਾ ਟੂ ਨੇਸ਼ਨ ਥਿਊਰੀ ਨੂੰ ਜਦੋਂ ਉਹਨੇ ਅਪਣਾ ਲਿਆ ਤੇ ਸਵੇਰ ਸ਼ਾਮ ਰਾਤ ਦੁਪਹਿਰ ਜਿੱਥੇ ਵੀ ਉਹਦੀ ਪਬਲਿਕ ਸਟੇਟਮੈਂਟ ਹੈ ਉਹਦੇ 'ਚ ਇਹੀ ਹੈ ਕਿ ਹਿੰਦੂ ਔਰ ਮੁਸਲਮਾਨ ਦੋ ਮੁਖਤਲਿਫ ਕੌਮਾਂ ਨੇ ਜਿਨ੍ਹਾਂ ਦੇ 'ਚ ਕੁਝ ਵੀ ਨਹੀਂ ਮਿਲਦਾ। ਖਾਣ ਪੀਣ ਨਹੀਂ ਮਿਲਦਾ, ਹਿਸਟਰੀ ਦੀ ਸੈਂਸ ਨਹੀਂ ਮਿਲਦੀ, ਹੀਰੋਜ਼ ਜਿਨ੍ਹਾਂ ਦੇ ਨੇ ਉਹ ਦੂਸਰਿਆਂ ਦੇ ਦੁਸ਼ਮਣ ਨੇ ਐਂਡ ਵਾਈਸੀ ਵਰਸਾ। ਅਸੀਂ ਨਾ ਮਿਲ ਕੇ ਖਾਣਾ ਖਾਂਦੇ ਹਾਂ, ਨਾ ਅਸੀਂ ਪਾਣੀ ਇੱਕ ਦੂਸਰੇ ਕੋਲੋਂ ਪੀਂਦੇ ਹਾਂ। ਤੇ ਇਹਨਾਂ ਨੂੰ ਜੇ ਇੱਕ ਮੁਲਕ ਵਿੱਚ ਰੱਖਿਆ ਗਿਆ ਤੇ ਉੱਥੇ ਤੇ ਸਿਵਲ ਵਾਰ ਹੋ ਜਾਏਗੀ। ਤੇ ਇਹਨੂੰ ਜੇ ਤੁਸੀਂ ਰੋਕਣਾ ਹੈ ਤੇ ਮੁਸਲਮਾਨਾਂ ਨੂੰ ਅਲੱਗ ਮੁਲਕ ਦਿਓ। ਹੁਣ ਇਹ ਉਹਨਾਂ ਨੇ ਉਸ ਤੋਂ ਪਹਿਲੇ ਵੀ ਕਿਹਾ ਸੀ, ਲੇਕਿਨ ਆਈ ਹੈਵ ਸੈਡ 22 ਮਾਰਚ 1940 ਦੇ ਬਾਅਦ ਤੇ ਜਦੋਂ ਤੱਕ ਪਾਕਿਸਤਾਨ ਬਣ ਨਹੀਂ ਗਿਆ, ਮੈਨੂੰ ਜਿਨ੍ਹਾਂ ਸਾਹਿਬ ਦੀ ਇੱਕ ਪਬਲਿਕ ਸਟੇਟਮੈਂਟ ਛਪੀ ਹੋਏ, ਉਹਨਾਂ ਦੀ ਕੋਈ ਸਪੀਚ ਹੋਵੇ, ਉਹਨਾਂ ਦੇ ਜਿਹੜੇ ਮੈਸੇजेस ਜਾਂਦੇ ਸਨ, ਉਹਦੇ 'ਚ ਇੱਕ ਲਾਈਨ ਵੀ ਦਿਖਾ ਦਿਓ ਜਿੱਥੇ 'ਚ ਉਹਨਾਂ ਨੇ ਕਿਹਾ ਹੋਏ ਕਿ ਵੀ ਵਾਂਟ ਪਾਵਰ ਸ਼ੇਅਰਿੰਗ ਵਿਦ ਐਨ ਯੂਨਾਈਟਿਡ ਇੰਡੀਆ। ਉਹਨਾਂ ਨੇ ਬਾਰ-ਬਾਰ ਬਲਕਿ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਮੈਂ ਪਾਕਿਸਤਾਨ ਦੀ ਡਿਮਾਂਡ ਐਜ਼ ਅ ਬਾਰਗੇਨਿੰਗ ਚਿਪ ਇਸਤੇਮਾਲ ਕਰ ਰਿਹਾ, ਉਹ ਕਾਂਗਰਸ ਦੇ
ਏਜੰਟ ਨੇ। ਵੀ ਵਾਂਟ ਨਥਿੰਗ ਬਟ ਪਾਕਿਸਤਾਨ। ਔਰ ਜੇ ਪਾਕਿਸਤਾਨ ਨਾ ਬਣਿਆ ਤੇ ਇੰਨਾ ਖੂਨ ਖਰਾਬਾ ਹੋਏਗਾ ਕਿ ਕਦੀ ਇਹੋ ਜਿਹਾ ਆਪਣਾ ਇਸ ਸੋਸਾਇਟੀ 'ਚ ਨਹੀਂ ਹੋਇਆ। ਹੁਣ ਨਹਿਰੂ ਨੂੰ ਕਿਸ ਤਰ੍ਹਾਂ ਬਲੇਮ ਕੀਤਾ ਜਾ ਸਕਦਾ ਹੈ, ਸਵਾਏ ਇਹਦੇ ਕਿ 3 ਜੂਨ ਨੂੰ ਜਦੋਂ ਬ੍ਰਿਟਿਸ਼ ਹਕੂਮਤ ਨੇ ਫੈਸਲਾ ਕਰ ਲਿਆ 3 ਜੂਨ ਪਾਰਟੀਸ਼ਨ ਪਲਾਨ ਦਾ ਔਰ ਐਲਾਨ ਕੀਤਾ, ਤੇ ਉਹਦੇ ਸਭ ਤੋਂ ਪਹਿਲੇ ਉਹਨੇ 3 ਲੀਡਰਸ ਨੂੰ ਉਹਦੇ ਵਿੱਚ ਫਿਰ ਮਿਲਾਇਆ। ਦਿੱਲੀ 'ਚ ਪਹਿਲੇ ਮਾਊਂਟਬੈਟਨ ਸਪੋਕ, ਉਹਦੇ ਬਾਅਦ ਜਵਾਹਰ ਲਾਲ ਨਹਿਰੂ ਸਪੋਕ ਸੇਇੰਗ ਕਿ ਅਸੀਂ ਇਸ ਤਰ੍ਹਾਂ ਨਹੀਂ ਸਾਂ ਚਾਹੁੰਦੇ, ਲੇਕਿਨ ਹੁਣ ਅਸੀਂ ਇਸ ਨੂੰ ਐਕਸੈਪਟ ਕਰ ਰਹੇ ਹਾਂ ਕਿਉਂਕਿ ਇਹਦੇ ਇਲਾਵਾ ਹਿੰਦੁਸਤਾਨ ਦੀ ਆਜ਼ਾਦੀ ਮੁਮਕਿਨ ਨਹੀਂ ਸੀ। ਜਿਨ੍ਹਾਂ ਸਾਹਿਬ ਨੇ ਕਿਹਾ ਕਿ ਮੈਂ ਬ੍ਰਿਟਿਸ਼ ਹਕੂਮਤ ਦੀ ਬੜੀ ਸ਼ੁਕਰਮੰਦ ਹਾਂ ਕਿ ਉਹਨਾਂ ਨੇ ਸਾਡੀ ਗੱਲ ਮੰਨ ਲਈ ਔਰ ਪਾਕਿਸਤਾਨ ਬਣਿਆ ਹੈ। ਪਾਕਿਸਤਾਨ ਦੇ ਵਿੱਚ ਅਸੀਂ ਚਾਹੁੰਦੇ ਸਾਂ ਪੂਰਾ ਪੰਜਾਬ ਔਰ ਬੰਗਾਲ ਮਿਲੇ, ਉਹ ਸਾਨੂੰ ਨਹੀਂ ਮਿਲਿਆ, ਲੇਕਿਨ ਜੋ ਫੈਸਲਾ ਹੋ ਗਿਆ ਅਸੀਂ ਕਬੂਲ ਕਰਨੇ ਆ। ਇਹਦੇ ਬਾਅਦ ਸਰਦਾਰ ਬਲਦੇਵ ਸਿੰਘ ਬੋਲੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਤੇ ਪੰਜਾਬ ਦੀ ਹਿੰਦੁਸਤਾਨ ਦੀ ਪਾਰਟੀਸ਼ਨ ਦੇ ਖਿਲਾਫ ਸਾਂ ਔਰ ਲੇਕਿਨ ਅਸੀਂ ਕਦੀ ਨਹੀਂ ਚਾਹਾਂਗੇ ਕਿ ਅਸੀਂ ਪਾਕਿਸਤਾਨ ਦਾ ਹਿੱਸਾ ਬਣੀਏ। 3 ਜੂਨ ਪਲਾਨ ਦੇ ਮੁਤਾਬਿਕ ਫਿਰ ਪੰਜਾਬ ਦੀ ਔਰ ਬੰਗਾਲ ਦੀ ਅਸੈਂਬਲੀਆਂ ਨੇ ਵੋਟ ਦਿੱਤਾ ਉਸ ਦੇ ਉੱਤੇ। ਪ੍ਰੋਸੀਜਰ ਇਹ ਸੀ ਕਿ ਪੰਜਾਬ ਦੀ ਗੱਲ ਅਸੀਂ ਕਰੀਏ, ਉਹਦੇ 29 ਡਿਸਟ੍ਰਿਕਟ ਸਨ, ਜਿਨ੍ਹਾਂ 'ਚੋਂ 12 ਡਿਸਟ੍ਰਿਕਟ ਹਿੰਦੂ ਸਿੱਖ ਮੈਜੋਰਿਟੀ ਸਨ ਔਰ 17 ਡਿਸਟ੍ਰਿਕਟ ਮੁਸਲਿਮ ਮੈਜੋਰਿਟੀ ਸਨ। ਇਹਨਾਂ ਦੇ 2 ਬਲਾਕ ਬਣਾਤੇ ਗਏ। ਇਹਨਾਂ 'ਚੋਂ ਫਿਰ ਰੂਲ ਹੈ ਸੀ ਕਿ ਇੱਕ ਵੀ ਬਲਾਕ ਜੇ ਪਾਰਟੀਸ਼ਨ ਦੇ ਹੱਕ 'ਚ ਵੋਟ ਦੇਗਾ ਤੇ ਫਿਰ ਪੰਜਾਬ ਦੀ ਪਾਰਟੀਸ਼ਨ ਹੋਏਗੀ। ਔਰ ਇਹੀ ਹੋਇਆ। 23 ਜੂਨ 1947 ਨੂੰ ਪੰਜਾਬ ਅਸੈਂਬਲੀ ਦਾ ਸੈਸ਼ਨ ਹੋਇਆ। ਦ ਹਿੰਦੂ ਸਿੱਖ bloc voted for partition of Punjab and the Muslim majority district voted for the unity of Punjab within Pakistan। ਹੁਣ ਗੱਲ ਇਹ ਵੇ, ਇਹ ਬਲੇਮ ਕਰਨਾ ਅਸੀਂ ਨਹੀਂ ਕਹਿ ਸਕਦੇ ਕਿ ਸਿੱਖਾਂ ਨੇ ਪਾਰਟੀਸ਼ਨ ਪੰਜਾਬ ਦੀ ਕਰਾਈ ਹੈ, ਮਗਰ ਇਹ ਬਕਵਾਸ ਹੋਏਗੀ। ਇਹ ਵੀ ਉਹਨਾਂ ਵੱਡਾ ਝੂਠ ਹੈ ਜਿਸ ਤਰ੍ਹਾਂ ਨਹਿਰੂ ਨੂੰ ਬਲੇਮ ਕਰਨਾ ਹੈ, ਕਿਉਂਕਿ ਔਨ ਰਿਕਾਰਡ ਤੇ ਇਹ ਵੇ ਕਿ ਮੁਸਲਿਮ ਲੀਗ ਨੇ 23-24 ਮਾਰਚ 1940 'ਚ ਪਬਲਿਕਲੀ ਇੱਕ ਆਈਡੀਆ ਪਾਰਟੀਸ਼ਨ ਦਾ ਤੇ ਉਸ ਤੋਂ ਪੂਰੇ 100 ਸਾਲ ਤੋਂ ਚੱਲ ਰਿਹਾ ਸੀ, ਉਹਨੂੰ ਅਫੀਸ਼ੀਅਲ ਸਟੈਂਡ ਆਪਣਾ ਬਣਾ ਲਿਆ, ਪੋਲੀਟੀਕਲ ਸਟੈਂਡ, ਕਿ ਅੱਜ ਤੋਂ ਅਸੀਂ ਸਾਰੀ ਕੈਂਪੇਨ ਪਾਕਿਸਤਾਨ ਬਣਾਉਣ ਲਈ ਕਰਾਂਗੇ। ਤੇ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਸਨ, ਇੱਕ ਹਫ਼ਤੇ ਦੇ ਬਾਅਦ ਉਹਨਾਂ ਨੇ ਕਿਹਾ ਕਿ ਜੇ ਮੁਸਲਿਮ ਲੀਗ ਹਿੰਦੁਸਤਾਨ ਨੂੰ ਆਪਣਾ ਘਰ ਨਹੀਂ ਸਮਝਦੀ ਤੇ ਇਹੋ ਜਿਹੇ ਮੁਸਲਿਮ ਪਾਕਿਸਤਾਨ ਵਿੱਚ ਅਸੀਂ ਕਦੀ ਆਪਣਾ ਸਿੱਖਾਂ ਨੂੰ ਔਰ ਹਿੰਦੂਆਂ ਨੂੰ, ਸਿੱਖਾਂ ਨੂੰ ਅਸੀਂ ਉਹਦਾ ਹਿੱਸਾ ਨਹੀਂ ਬਣਨ ਦਿਆਂਗੇ, ਐਂਡ ਵੀ ਵੁੱਡ ਡਿਮਾਂਡ ਅ ਸਿੱਖ ਸਟੇਟ। ਤਾਂ ਸਿੱਖ ਸਟੇਟ ਦੀ ਡਿਮਾਂਡ 2040 'ਚ ਹੀ ਆ ਗਈ ਸੀ, ਸਮਝ ਗਏ ਤੁਸੀਂ। ਵੈਨ ਡਿਡ ਦ ਕਾਂਗਰਸ ਐਕਸੈਪਟ ਦ ਡਿਮਾਂਡ ਫॉर ਦ ਪਾਰਟੀਸ਼ਨ ਆਫ ਇੰਡੀਆ? ਇਹ ਸਵਾਲ ਹੈ ਨਾ। ਉਹ ਇਸ ਤਰ੍ਹਾਂ ਹੈ, ਇਹਦੇ 'ਚ ਲੋਕ ਭੁੱਲ ਜਾਂਦੇ ਨੇ ਔਰ ਗੱਲਾਂ ਜਿਹੜੀਆਂ ਨੇ, ਕੈਬਨਿਟ ਮਿਸ਼ਨ ਪਲਾਨ ਆਈ, ਉਹਦੇ ਤਹਿਤ ਇੱਕ ਇੰਟਰਮ ਗਵਰਨਮੈਂਟ ਬਣੀ ਜਿਹਦੇ 'ਚ ਮੁਸਲਿਮ ਲੀਗ ਔਰ ਕਾਂਗਰਸ ਦੋਵੇਂ ਸਨ। ਹਾਂਜੀ, ਤੇ ਉਹ ਇੰਟਰਮ ਗਵਰਨਮੈਂਟ ਨੇ ਜਿਹੜੇ ਫਾਈਨੈਂਸ ਮਿਨਿਸਟਰ ਸਨ ਨਵਾਬਜ਼ਾਦਾ ਲਿਆਕਤ ਅਲੀ ਖਾਨ, ਉਹਨਾਂ ਨੇ ਜਿਹੜਾ ਬਜਟ ਬਣਾਇਆ ਮਹਿਲ ਫੈਬਰੂਰੀ 1947 ਵਿੱਚ, ਉਹਦੇ 'ਚ ਉਹਨਾਂ ਨੇ ਟ੍ਰੇਡ, ਬਿਜ਼ਨਸ, ਕਾਮਰਸ, ਇੰਡਸਟਰੀ ਦੇ ਉੱਤੇ 20 ਤੋਂ 25% ਟੈਕਸ ਲਾਤਾ ਕਿ ਜਿਹੜੇ ਬਲੈਕ ਮਾਰਕੀਟੀਅਰ ਨੇ, ਇਹ ਹੈ ਉਹ ਹੈ, ਉਹਨਾਂ ਕੋਲੋਂ ਅਸੀਂ ਰਿਕਵਰ ਕਰਾਂਗੇ ਟੈਕਸਸ। ਲੇਕਿਨ ਲੈਂਡ ਰਿਫਾਰਮ, ਕਿਸਾਨਾਂ ਦੀ ਰਾਈਟਸ ਦੇ ਉੱਤੇ ਦੇयर ਵਾਸ ਨਾਟ ਅ ਸਿੰਗਲ ਵਰਡ। ਉਸ ਬਜਟ ਨੂੰ ਵੀ ਇੰਟਰਮ ਗਵਰਨਮੈਂਟ ਵਿੱਚ ਨਹਿਰੂ ਔਰ ਉਹਨਾਂ ਦੇ ਨਾਲ ਜਿਹੜੇ 1-2 ਲੈਫਟਿਸਟ ਸਨ, ਉਹ ਕਹਿੰਦੇ ਸਨ ਯਾਰ ਮੰਨ ਲਓ, ਕਮ ਸੇ ਕਮ ਇੰਡੀਆ ਦੀ ਪਾਰਟੀਸ਼ਨ ਤੇ ਨਹੀਂ ਨਾ ਇਹਦੇ 'ਚ। ਸਰਦਾਰ ਪਟੇਲ ਹੂ ਵਾਸ ਆਲਸੋ, ਉਹਨੇ ਕਿਹਾ ਕਿ ਨੋ ਮੋਰ, ਮੁਸਲਿਮ ਲੀਗ ਜਿਹੜੀ ਹੈ ਸਾਨੂੰ ਕਦੀ ਆਪਣਾ, ਜਿਸ ਤਰ੍ਹਾਂ ਅਸੀਂ ਇੱਕ ਨਵਾਂ ਹਿੰਦੁਸਤਾਨ ਬਣਾਉਣਾ ਚਾਹੁੰਦੇ ਹਾਂ, ਉਹਦਾ ਪਾਰਟਨਰ ਨਹੀਂ ਬਣੇਗੀ, ਇਹ ਸਾਡੀ ਦੁਸ਼ਮਣੀ 'ਚ ਹੀ ਰਹੇਗੀ। ਸੋ ਇਫ ਵਨ ਹੈਜ਼ ਟੂ ਬਲੇਮ ਐਨੀਵਨ, ਐਂਡ ਆਈ ਐਮ ਨਾਟ ਬਲੇਮਿੰਗ ਸਰਦਾਰ ਪਟੇਲ, ਪਟੇਲ ਵੀ ਕੋਸ਼ਿਸ਼ ਕਰਦੇ ਰਹੇ ਕਿ ਇੰਡੀਆ ਦੀ ਪਾਰਟੀਸ਼ਨ ਨਾ ਹੋਏ। ਨਾ ਗਾਂਧੀ, ਨਾ ਸਰਦਾਰ ਪਟੇਲ, ਨਾ ਮੌਲਾਨਾ ਆਜ਼ਾਦ, ਇਹ ਕੋਈ ਵੀ ਪਾਰਟੀਸ਼ਨ ਨਹੀਂ ਸਨ ਚਾਹੁੰਦੇ। ਜਿਨ੍ਹਾਂ ਸਾਹਿਬ ਹੋਰ ਕੁਛ ਚਾਹੁੰਦੇ ਨਹੀਂ ਸਨ, ਉਹਨਾਂ ਨੇ ਤਾਂ ਕਿਹਾ ਸੀ ਖੂਨ ਦੇ ਨਦੀਆਂ ਬਹਿ ਜਾਣਗੀਆਂ ਜੇ ਪਾਕਿਸਤਾਨ ਨਾ ਬਣਿਆ। ਹੁਣ ਇਨ ਹਾਲਾਤ ਵਿੱਚ ਕਿਆ ਅਸੀਂ ਸਿੱਖਾਂ ਨੂੰ ਬਲੇਮ ਕਰੀਏ ਕਿ ਉਹਨਾਂ ਨੇ ਪਾਰਟੀਸ਼ਨ ਆਫ ਪੰਜਾਬ ਡਿਮਾਂਡ ਕੀਤੀ ਹੈ? ਤੁਸੀਂ ਸਿੱਖਾਂ ਦੀ ਗੱਲ ਛੇੜੀ ਤੇ ਹੁਣ ਇੱਕ ਦੂਸਰਾ ਜਿਹੜਾ ਵੱਡਾ ਚਰਚਾ ਪੰਜਾਬ 'ਚ ਹੁੰਦੀ ਹੈ, ਪੰਜਾਬ ਦੀ ਪੋਲਿਟਿਕਸ 'ਚ,
ਕਿ ਜੀ ਅੰਗਰੇਜ਼ ਤੇ ਸਿੱਖ ਰਾਜ ਦਿੰਦੇ ਸੀ, ਜੀ ਪਰ ਸਿੱਖ ਲੀਡਰਸ਼ਿਪ ਨੇ ਲਿਆ ਨਹੀਂ। ਕੀ ਕਦੇ ਸਿੱਖ ਰਾਜ ਦੀ ਆਫਰ ਕਿਸੇ ਆਈਡੀਆ ਡਿਸਕਸ ਹੋਇਆ ਉਸ ਵੇਲੇ? ਕਿਉਂਕਿ ਬਿਲਕੁਲ ਹੋਇਆ ਹੈ। ਹਾਂਜੀ ਲੇਕਿਨ ਦੇਖੋ ਅੰਗਰੇਜ਼ ਜਿਹੜੇ ਨੇ ਉਹਨਾਂ ਦੇ ਸਾਹਮਣੇ ਇੱਕ ਪ੍ਰੋਬਲਮ ਤੇ ਸੀ ਨਾ 1945-46 ਦੇ ਇਲੈਕਸ਼ਨ ਦੇ ਬਾਅਦ ਜਿਹੜੀ ਗੱਲਾਂ ਹੋ ਰਹੀਆਂ ਨੇ। ਪਹਿਲੇ ਜਿਸ ਤਰ੍ਹਾਂ ਮੈਂ ਦੱਸਿਆ ਸਰਦਾਰ ਸੁੰਦਰ ਸਿੰਘ ਮਜੀਠੀਆ ਦੀ, ਫਿਰ ਆਈ ਇਹ ਕ੍ਰਿਪਸ ਮਿਸ਼ਨ ਜਿਹਦੇ 'ਚ ਮਾਸਟਰ ਤਾਰਾ ਸਿੰਘ ਨੇ ਕਿਹਾ ਕਿ ਅਸੀਂ ਕਦੀ ਪਾਕਿਸਤਾਨ ਦਾ ਹਿੱਸਾ ਨਹੀਂ ਬਣਾਂਗੇ, ਅਸੀਂ ਉਸ ਤੋਂ ਅਲੱਗ ਰਹਾਂਗੇ। ਸਿੱਖਾਂ ਦੀ ਲੀਡਰਸ਼ਿਪ ਨੇ ਉਹਦੇ ਬਾਅਦ ਹਮੇਸ਼ਾ ਜਿਹੜੀ ਇਹ ਸਟੈਂਡ ਲਿਆ ਕਿ ਜੇ ਹਿੰਦੁਸਤਾਨ ਮਜ਼ਹਬ ਦੀ ਬੁਨਿਆਦ ਤੇ ਪਾਰਟੀਸ਼ਨ ਹੋਏਗਾ ਤੇ ਫਿਰ ਪੰਜਾਬ ਦੀ ਵੀ ਪਾਰਟੀਸ਼ਨ ਹੋਏਗੀ, ਕਿਉਂਕਿ ਮਜ਼ਹਬ ਇੱਕ ਮਜ਼ਹਬੀ ਪਾਕਿਸਤਾਨ ਦੇ ਵਿੱਚ ਸਾਡੀ ਕਿਹੜੀ ਜਗ੍ਹਾ ਹੋਏਗੀ। ਔਰ ਜੇ ਪਿੱਛੇ ਜਾਵੋ, ਉਹਨੂੰ ਕਹਿੰਦੇ ਨੇ ਹਿਸਟੋਰੀਕਲ ਮੈਮਰੀ ਹਮੇਸ਼ਾ ਸਿਲੈਕਟਿਵ ਹੁੰਦੀ ਹੈ ਤੇ ਬਾਰ-ਬਾਰ ਗੁਰਦੁਆਰਿਆਂ ਦੇ ਵਿੱਚ ਜ਼ਿਕਰ ਤੇ ਇਹੀ ਹੁੰਦਾ ਨਾ ਕਿ ਸਾਹਿਬਜ਼ਾਦਿਆਂ ਨਾਲ ਇਹ ਜ਼ੁਲਮ ਹੋਇਆ, ਇਹ ਹੋਇਆ, ਤੇ ਸਿੱਖ ਆਪਣਾ ਐਕਸਪੀਰੀਅੰਸ ਜਿਹੜਾ ਹੈ ਮੁਗਲਾਂ ਦਾ ਔਰ ਉਹ ਵੀ ਉਹਨਾਂ ਦੇ ਨਾਲ ਸੀ। ਸੋ ਆਬਵੀਅਸਲੀ ਉਹਨਾਂ ਨੇ ਕਿਹਾ ਜੇ ਹਿੰਦੁਸਤਾਨ ਦੀ ਤਕਸੀਮ ਮਜ਼ਹਬ ਦੀ ਹੋ ਰਹੀ ਹੈ ਫਿਰ ਪੰਜਾਬ ਦੀ ਵੀ ਹੋਏਗੀ। ਓਕੇ, ਹੁਣ ਗੱਲ ਹੈ ਕਿ ਸਿੱਖਾਂ ਦੀ ਇਹ ਡਿਮਾਂਡ ਤੇ ਆ ਗਈ। ਵਾਈ ਡਿਡ ਦ ਬ੍ਰਿਟਿਸ਼ ਨਾਟ ਕੰਸੀਡ ਇਟ? ਦ ਰੀਜ਼ਨ ਇਜ਼ ਵੈਰੀ ਸਿੰਪਲ। ਸਿੱਖ ਪੰਜਾਬ ਵਿੱਚ ਸਨ, ਇੰਡੀਅਨ ਆਰਮੀ ਸਨ, ਬੜਾ ਉਹਨਾਂ ਦਾ ਇੱਕ ਰੋਲ ਸੀ, ਲੇਕਿਨ ਉਹ ਪੰਜਾਬ ਦੇ ਕਿਸੇ ਡਿਸਟ੍ਰਿਕਟ ਵਿੱਚ ਮੈਜੋਰਿਟੀ 'ਚ ਨਹੀਂ ਸਨ। ਸੋ ਔਨ ਵਾਟ ਗਰਾਊਂਡਸ ਵੁੱਡ ਯੂ ਗਿਵ ਅ ਸਿੱਖ ਸਟੇਟ ਵੇਅਰ ਦੇ ਆਰ ਓਨਲੀ 13.2%? ਜਾਂ ਤੇ ਕੋਈ ਮੈਜੋਰਿਟੀ ਹੋਏ ਨਾ। ਤਹਿਸੀਲਾਂ ਕਹਿੰਦੇ 2-3 ਤਹਿਸੀਲਾਂ 'ਚ ਮੈਜੋਰਿਟੀ। ਤਹਿਸੀਲਾਂ ਹੀ ਤਾਂ ਨਹੀਂ ਨਾ ਹੁਣ ਸਟੇਟਸ ਬਣਦੀ। ਇੱਕ ਦੋ ਸੁਣਿਆ ਤਰਨ ਕੋਈ ਕਹਿੰਦਾ ਕੋਈ ਕੁਛ, ਤੇ ਉੱਥੇ ਸਿੱਖ ਸਟੇਟ ਜਿਹੜੀ ਬਣਦੀ ਸਿੱਖਾਂ ਲਈ ਕਾਬਲੇ ਕਬੂਲ ਸੀ ਕਿ ਇੱਕ ਐਵੇਂ ਤਰਨ ਵਿੱਚ ਬਣਾ ਦੇਣ ਤੇ ਇੱਕ ਪਾਸੇ ਹਿੰਦੁਸਤਾਨ ਹੋਏ ਇੱਕ ਪਾਸੇ ਪਾਕਿਸਤਾਨ ਹੋਏ, ਉਹ ਤੇ ਫਰੋਮ ਡੇ 1 ਨਾਕਾਮ ਹੋ ਜਾਏ। ਪ੍ਰਿੰਸਲੀ ਸਟੇਟ ਜਿਹੜੀਆਂ ਸਨ ਈਸਟ ਪੰਜਾਬ ਦੀਆਂ, ਪਟਿਆਲਾ, ਕਪੂਰਥਲਾ, ਫਰੀਦਕੋਟ ਔਰ 2-3 ਹੋਰ ਨੇ, ਉੱਥੇ ਵੀ ਟ੍ਰੈਜੇਡੀ ਸਿੱਖਾਂ ਦੀ ਇਹ ਸੀ ਕਿ ਦੇਵਰ ਰੂਲਰਸ ਵਰ ਸਿੱਖਸ ਬਟ ਦ ਮੈਜੋਰਿਟੀ ਆਫ ਦ ਸਬਜੈਕਟਸ ਵਰ ਮੁਸਲਿਮਸ ਔਰ ਹਿੰਦੂਸ। ਦ ਸਿੱਖਸ ਵਰ ਨਾਟ ਮੈਜੋਰਿਟੀ ਐਨੀਵੇਅਰ। ਤੇ ਕਿਉਂਕਿ ਇਲੈਕਸ਼ਨ 45-46 ਵਿੱਚ ਜਿਹੜਾ ਹੋਇਆ ਸੀ ਤੇ ਮੈਂਡੇਟ ਦੇ ਮੁਤਾਬਿਕ ਤੇ ਉਹ ਵੋਟਿੰਗ ਬੁਨਿਆਦ ਤੇ ਤੁਸੀਂ ਡਿਮਾਂਡ ਕਰ ਸਕਦੇ ਹੋ ਨਾ। ਸੋ ਦ ਸਿੱਖਸ ਕੁਡ ਨਾਟ ਬੀ ਗਿਵਨ ਅ ਸੈਪਰੇਟ ਸਟੇਟ। ਇਹਦੇ ਇਲਾਵਾ ਇੱਕ ਹੋਰ ਗੱਲ ਮੈਂ ਹਾਲ ਔਨ ਰਿਕਾਰਡ ਲੈ ਆਉਣੀ ਚਾਹੀਦੀ ਹੈ ਕਿ ਇੱਕ ਹੋਰ ਵੀ ਪੰਜਾਬ ਵਿੱਚੋਂ ਡਿਮਾਂਡ ਹੋਈ ਸੀ। ਉਹ ਸਨ ਮਲਿਕ ਖਿਜ਼ਰ ਹਯਾਤ ਖਾਨ ਟਿਵਾਣਾ, ਦ ਲਾਸਟ ਇਲੈਕਟਿਡ ਚੀਫ ਮਿਨਿਸਟਰ ਆਫ ਪੰਜਾਬ। ਉਹਨਾਂ ਨੇ ਮਾਊਂਟ ਬੈਟਨ ਨੂੰ ਮਈ 1947 ਵਿੱਚ ਕਿਹਾ ਸੀ ਕਿ ਤੁਸੀਂ ਇੰਜ ਕਰੋ, ਇੱਕ ਇੰਡੀਆ ਬਣ ਜਾਏ, ਇੱਕ ਪਾਕਿਸਤਾਨ ਬਣ ਜਾਏ ਤੇ ਇੱਕ ਪੰਜਾਬ ਵੀ ਬਿਕਮਸ ਅ ਡੋਮੀਨੀਅਨ ਵਿਦਨ ਦ ਬ੍ਰਿਟਿਸ਼ ਐਮਪਾਇਰ। ਅੰਗਰੇਜ਼ ਉਹ ਵੀ ਨਹੀਂ ਮੰਨੇ। ਇਹ ਹੁਣ ਅੰਗਰੇਜ਼ਾਂ ਦੀ ਸੋਚ ਕੀ ਸੀ? ਉਹ ਇਹ ਸੀ ਕਿ ਹਿੰਦੁਸਤਾਨ ਇੱਕ ਹੋਏਗਾ, ਪਾਕਿਸਤਾਨ ਇੰਨਾ ਕੁ ਹੋਏ ਕਿ ਅਸੀਂ ਇਹਨੂੰ ਆਪਣੇ ਇੰਟਰਨੈਸ਼ਨਲ ਪੋਲਿਟਿਕਸ ਦੇ ਹਿੱਸੇ 'ਚ ਇਸਤੇਮਾਲ ਕਰ ਸਕੀਏ। ਕਿਉਂਕਿ ਕਾਂਗਰਸ ਦੀ ਲੀਡਰਸ਼ਿਪ ਐਂਟੀ ਕਲੋਨੀਅਲ ਰਹੀ ਔਰ ਸਿੱਖਾਂ 'ਚ ਤਾਂ ਬੜੀ ਟ੍ਰੈਡੀਸ਼ਨ ਹੈ। ਉਹਨਾਂ ਨੇ ਜੇਲਾਂ ਜਨੀਆਂ ਜਦ ਪ੍ਰਪੋਰਸ਼ਨ ਵਾਈਜ਼ ਸਭ ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹਨਾਂ ਨੂੰ ਐਕਸੀਕਿਊਟ ਕੀਤਾ ਗਿਆ, ਉਹਨਾਂ ਨੂੰ ਜੇਲਾਂ 'ਚ ਉਹ ਅੰਡੇਮਾਨ ਆਈਲੈਂਡਸ ਕਾਲਾ ਪਾਣੀ ਭੇਜਿਆ ਗਿਆ। ਸੋ ਦੇ ਵਰ ਨਾਟ ਵਿਲਿੰਗ ਟੂ ਟਰਸਟ ਦ ਸਿੱਖਸ ਆਈਦਰ। ਮੁਸਲਮਾਨ ਜਿਹੜੇ ਨੇ ਉਹ ਸਮਝਦੇ ਸਨ ਕਿ ਇਹ ਸਾਡੇ ਹੀ ਸਾਥ ਦੇਣਗੇ ਕਿਉਂਕਿ ਹਿੰਦੂ ਮੈਜੋਰਿਟੀ ਇੱਧਰ ਹੋਏਗੀ ਤੇ ਇਹਨਾਂ ਨੂੰ ਫਿਰ ਅਸੀਂ, ਔਰ ਉਹੀ ਹੋਇਆ ਪਾਕਿਸਤਾਨ ਬਣਨ ਦੇ ਬਾਅਦ। ਬਲਕਿ ਪਾਕਿਸਤਾਨ ਬਣਨ ਤੋਂ ਪਹਿਲੇ ਜਿਨ੍ਹਾਂ ਸਾਹਿਬ ਨੇ 1946 ਵਿੱਚ ਉਹਨਾਂ ਦੇ ਇੱਕ ਬੜੇ ਕਲੋਜ਼ ਕੌਨਫੀਡੈਂਸ ਸਨ ਮਿਸਟਰ ਇਸਫਹਾਨੀ। ਇਹ ਅੱਜ ਕੱਲ੍ਹ ਹੁਸੈਨ ਆ ਕਹਾਣੀ ਕਦੀ ਸੁਣਿਆ ਨਾ? ਇੱਕ ਪਾਕਿਸਤਾਨੀ ਅੰਬੈਸਡਰ ਹੈ ਜਿਹੜਾ ਰਹਿੰਦਾ ਹੈ ਵਾਸ਼ਿੰਗਟਨ DC। ਇਹਨਾਂ ਦੇ ਫਾਦਰ ਇਨ ਲਾਅ ਦੇ ਉਹ ਫਾਦਰ ਸਨ ਇੰਡਸਟਰੀਲਿਸਟ। ਉਹਨਾਂ ਨੂੰ ਭੇਜਿਆ ਅਮਰੀਕਾ ਨੂੰ ਔਰ ਇਹ ਪੈਗਾਮ ਕਿ ਤੁਸੀਂ ਪਾਕਿਸਤਾਨ ਦੇ ਬਣਨ ਨੂੰ ਅਪੋਜ਼ ਨਾ ਕਰੋ, ਅਸੀਂ ਤੁਹਾਡੀ ਫਰੰਟ ਲਾਈਨ ਸਟੇਟ ਬਣਾਂਗੇ ਅਗੇਂਸਟ ਦ ਸਪਰੈਡ ਆਫ ਸੋਵੀਅਤ ਕਮਿਊਨਿਜ਼ਮ। ਔਰ ਮਿਡਲ ਈਸਟ ਜਿੱਥੇ ਤੁਹਾਡੇ ਆਇਲ ਇੰਟਰਸਟ ਨੇ, ਬਿਕੋਜ਼ ਵੀ ਆਰ ਮੁਸਲਿਮਸ, ਸਾਡੇ ਕਲਚਰਲ ਲਿੰਕਸ ਨੇ, ਅਸੀਂ ਉੱਥੇ ਵੀ ਤੁਹਾਨੂੰ ਸਰਵ ਕਰਾਂਗੇ। ਸੋ ਆਲ ਦਿਸ ਇਜ਼ ਔਨ ਰਿਕਾਰਡ। Muslim League and Jinnah wanted partition. The Sikhs said, if you get India partitioned on religion, we'll get Punjab partitioned on the same basis. It's only on the 8th of March 1947, ਜਦੋਂ
ਖਬਰਾਂ ਆਈਆਂ ਰਾਵਲਪਿੰਡੀ ਤੋਂ ਔਰ ਮੁਲਤਾਨ ਤੋਂ ਕਿ ਹਮਲੇ ਹੋਏ ਨੇ ਸਿੱਖਾਂ ਤੇ ਹਿੰਦੂਆਂ ਤੇ ਔਰ ਬਹੁਤ ਵੱਡੀ ਤਾਦਾਦ 'ਚ ਉਹਨਾਂ ਨੂੰ ਮਾਰਿਆ ਗਿਆ ਹੈ, ਤੇ ਉਦੋਂ ਫਿਰ ਪਹਿਲਾ ਰੈਜ਼ੋਲੂਸ਼ਨ ਹੈ ਕਾਂਗਰਸ ਦਾ ਕਿ ਵੀ ਵਾਂਟ ਦ ਪਾਰਟੀਸ਼ਨ, ਵੀ ਸਪੋਰਟ ਦ ਪਾਰਟੀਸ਼ਨ ਆਫ ਪੰਜਾਬ ਐਜ਼ ਡਿਮਾਂਡਡ ਬਾਈ ਦ ਸਿੱਖਸ। ਇਹਦੇ ਬਾਅਦ ਫਿਰ ਬੰਗਾਲ ਵਾਲਿਆਂ ਨੇ ਕਿਹਾ ਕਿ ਪਾਰਟੀਸ਼ਨ ਆਫ ਬੰਗਾਲ ਵੀ ਕਰਵਾਓ, ਔਰ ਉਹ ਵੀ ਫਿਰ ਕਾਂਗਰਸ ਨੇ ਸਪੋਰਟ ਕੀਤੀ। ਲਿਹਾਜ਼ਾ ਕਾਂਗਰਸ ਨੂੰ ਬਲੇਮ ਕਰਨਾ ਇਜ਼ ਅਨਫਾਊਂਡਡ, ਇਟਸ unethical, it's a gross distortion of reality। ਉਹ ਵਿਚਾਰੇ ਤੇ ਸਟਰਗਲ ਕਰਦੇ ਰਹੇ ਕਿ ਇਹ ਮੁਲਕ ਅਸੀਂ ਸਾਰਿਆਂ ਲਈ ਬਣਾਵਾਂਗੇ, ਹਿੰਦੂਆਂ ਦਾ ਵੀ ਹਿੱਸਾ ਹੋਏਗਾ ਤੇ ਸਿੱਖਾਂ ਦਾ ਵੀ ਹੋਏਗਾ ਤੇ ਮੁਸਲਮਾਨਾਂ ਦਾ ਵੀ ਹੋਏਗਾ। ਔਰ ਉਹਨਾਂ ਦੀ ਇੱਕ ਹੋਰ ਗੱਲ ਸੀ ਕਿ ਹਿੰਦੁਸਤਾਨ ਦੀ ਨੈਸ਼ਨਲ ਜ਼ਬਾਨ ਹੋਏਗੀ ਹਿੰਦੁਸਤਾਨੀ, ਜਿਹਦੇ ਦੋ ਹੋਣਗੇ ਆਪਣਾ ਸਕ੍ਰਿਪਟਸ, ਦੇਵਨਾਗਰੀ ਔਰ ਉਰਦੂ, ਔਰ ਹਰ ਸੂਬਾ ਜਿਹੜਾ ਹੈ ਉਹ ਆਪਣੀ ਮਦਰ ਟੰਗ ਵਿੱਚ ਆਪਣੀ ਕਾਰੋਬਾਰ ਵੀ ਕਰੇਗਾ, ਆਫੀਸ਼ੀਅਲ ਕੰਮ ਵੀ ਕਰੇਗਾ ਔਰ ਪੜ੍ਹਾਈ ਲਿਖਾਈ ਵੀ ਕਰੇਗਾ। ਇਸ ਤੋਂ ਬਿਹਤਰ ਹੋਰ ਕੀ ਹੋ ਸਕਦਾ ਸੀ? ਲਿਹਾਜ਼ਾ ਅੱਜ ਮੇਰੇ ਖਿਆਲ ਨਾਲ ਜਿਸ ਤਰ੍ਹਾਂ ਅਸੀਂ ਇਸ ਨੂੰ ਡਿਸਕਸ ਕੀਤਾ ਹੈ, ਤੁਹਾਨੂੰ ਮੈਂ ਪੂਰਾ ਐਂਗਲ ਦੇਤਾ ਹੈ, ਐਂਡ ਆਈ ਵੁੱਡ ਲਾਈਕ ਸਮਬਡੀ ਟੂ ਗੋ ਐਂਡ ਸ਼ੋ ਵੇਅਰ ਮਾਈ ਆਰਗੂਮੈਂਟ ਇਜ਼ ਫਲॉड। ਅੱਛਾ, ਹੁਣ ਇਹਦੇ ਨਾਲ ਹੀ ਜੁੜੀ ਹੋਈ ਇੱਕ ਪ੍ਰੋਬਲਮ ਹੈ ਜਿਹੜੀ ਕਸ਼ਮੀਰ ਦੀ ਪ੍ਰੋਬਲਮ ਹੈ ਜੀ, ਇਹਦੀਆਂ ਵੀ ਰੂਟਸ ਕਿਤੇ ਨਾ ਕਿਤੇ ਉਸ ਦੌਰ 'ਚ ਪਈਆਂ ਜੀ, ਇਹਦੇ ਬਾਰੇ ਸੇਮ ਗੱਲ ਇਹ ਕਹੀ ਜਾਂਦੀ ਹੈ ਜੀ, ਕਸ਼ਮੀਰ ਦੀ ਜਿਹੜੀ ਪ੍ਰੋਬਲਮ ਹੈ ਜੀ, ਇਹ ਵੀ ਕ੍ਰੀਏਟ ਕੀਤੀ ਹੋਈ ਹੈ, ਵਿੱਚੋਂ ਕਈ ਕਹਿੰਦੇ ਨੇ ਕਿ ਇਹ ਵੀ ਨਹਿਰੂ ਦੀ ਕ੍ਰੀਏਟ ਕੀਤੀ ਹੋਈ ਹੈ, ਕਸ਼ਮੀਰ ਤੇ ਇੰਡੀਆ ਨੂੰ ਲੈ ਲੈਣਾ ਚਾਹੀਦਾ ਸੀ, ਉਹਨਾਂ ਨੇ ਛੱਡ ਦਿੱਤਾ। ਇਹ ਜਿਹੜਾ ਜਦੋਂ ਪਾਰਟੀਸ਼ਨ ਦਾ ਦੌਰ ਹੈ, ਕੀ ਕਸ਼ਮੀਰ ਦੀ ਪ੍ਰੋਬਲਮ ਦੀਆਂ ਕੁਝ ਰੂਟਸ ਉੱਥੇ ਵੀ ਪਈਆਂ ਨੇ? ਦੇਖੋ ਜੀ, ਪਾਰਟੀਸ਼ਨ ਦਾ ਜਿਹੜਾ ਹੈ 3 ਜੂਨ ਪਾਰਟੀਸ਼ਨ ਪਲਾਨ ਔਰ 18 ਜੁਲਾਈ 1947 ਇੰਡੀਅਨ ਇੰਡੀਪੈਂਡੈਂਸ ਐਕਟ, ਉਹ ਬੜਾ ਇੰਟਰਸਟਿੰਗ ਹੈ। ਉਹ ਪਾਰਟੀਸ਼ਨ ਨੂੰ ਮੰਨਦਾ ਹੈ, ਲੇਕਿਨ ਪਾਰਟੀਸ਼ਨ ਸਿਰਫ ਬ੍ਰਿਟਿਸ਼ ਪ੍ਰੋਵਿੰਸਿਸ ਦੀ ਹੋਣੀ ਸੀ। The princely states were left, one, to negotiate relations with India, Pakistan or remain independent। ਸਮਝ ਗਏ ਤੁਸੀਂ? ਲਿਹਾਜ਼ਾ ਇਹ ਕਹਿਣਾ ਕਿ ਨਹਿਰੂ ਨੇ ਇਹ ਕਰਤਾ ਉਹ ਕਰਤਾ, ਲੈਟਸ ਲੁੱਕ ਐਟ ਦ ਫੈਕਟਸ ਵਨਸ ਅਗੇਨ। ਹੁੰਦਾ ਕੀ ਹੈ ਕਿ 15 ਅਗਸਤ ਨੂੰ ਨਵਾਬ ਆਫ ਜੂਨਾਗੜ੍ਹ ਉਹ ਡਿਕਲੇਅਰ ਕਰ ਦਿੰਦਾ ਹੈ ਕਿ ਆਈ ਐਮ ਜੁਆਇਨਿੰਗ ਪਾਕਿਸਤਾਨ। ਨਾਓ ਜੂਨਾਗੜ੍ਹ ਔਰ ਜੋ ਉਹ ਬਣਿਆ ਸੀ ਆਪਣਾ ਰੈਡ ਕਲਿਫ ਲਾਈਨ ਜਿਹੜੀ ਸੀ ਇੰਟਰਨੈਸ਼ਨਲ ਬਾਰਡਰ, ਕਰਾਚੀ ਤੋਂ 313 ਕਿਲੋਮੀਟਰ ਦੂਰ ਹੈ। ਹੁਣ ਯੂ ਵਾਂਟ ਅ ਪਾਕਿਸਤਾਨ ਡੀਪ ਇਨ ਇੰਡੀਆ, ਸੋ ਹੀ ਕੇਮ ਟੂ ਕਰਾਚੀ ਆਪਣੇ ਕੁੱਤਿਆਂ ਦੇ ਨਾਲ, ਉਹਨਾਂ ਦੇ ਬੜਾ ਸ਼ੌਕ ਸੀ ਕੁੱਤਿਆਂ ਦਾ। ਔਰ 13 ਸੈਪਟੈਂਬਰ ਨੂੰ ਪਾਕਿਸਤਾਨ ਨੇ ਉਹਨਾਂ ਦੀ ਐਕਸੈਸ਼ਨ ਮੰਨ ਲਈ। ਸੋ ਵੀ ਹਲੇ ਵੀ UN ਦੇ ਵਿੱਚ ਪਾਕਿਸਤਾਨ ਕਲੇਮਸ ਜੂਨਾਗੜ੍ਹ, ਬਲਕਿ ਹਲੇ ਜਿਹੜਾ ਇੱਕ ਮੈਪ ਬਣਿਆ ਸੀ ਇਮਰਾਨ ਖਾਨ ਦੇ ਦੌਰਾਨ, ਜਿਹਦੇ ਜੂਨਾਗੜ੍ਹ ਨੂੰ ਪਾਕਿਸਤਾਨ ਦਾ ਹਿੱਸਾ ਦਿਖਾਇਆ ਗਿਆ। ਸੋ ਪੀਪਲ ਡੋਂਟ ਲੁੱਕ ਐਟ ਵਾਟ ਹੈਜ਼ ਬੀਨ ਹੈਪਨਿੰਗ ਸਿੰਸ ਦੈਨ। ਅੱਛਾ, ਵਾਟ ਹੈਪਨਡ ਇਨ ਕਸ਼ਮੀਰ? ਕਸ਼ਮੀਰ ਦਾ ਮਹਾਰਾਜਾ ਐਵਰੀਬਾਡੀ ਨੋਜ਼ ਵਾਂਟਡ ਟੂ ਰਿਮੇਨ ਇੰਡੀਪੈਂਡੈਂਟ। ਨਾ ਉਹ ਇੰਡੀਆ ਜੁਆਇਨ ਕਰਨਾ ਚਾਹੁੰਦਾ ਸੀ ਤੇ ਨਾ ਪਾਕਿਸਤਾਨ, ਬਲਕਿ ਜਿਹੜਾ ਉਹਦਾ ਪ੍ਰਾਈਮ ਮਿਨਿਸਟਰ ਸੀ ਉਹ ਆਪਣਾ ਕਸ਼ਮੀਰੀ ਪੰਡਤ ਸੀ ਕੱਖ, ਉਹਨੇ ਆਪਣੇ ਉਸ ਨੂੰ ਕਿਹਾ ਹਰੀ ਸਿੰਘ ਨੂੰ ਕਿ ਤੁਸੀਂ ਪਾਕਿਸਤਾਨ ਨਾਲ ਤਾਲੁਕ ਰੱਖੋ। ਉਹਦੀ ਵਜ੍ਹਾ ਕੀ ਸੀ ਕਿ ਸ਼ੇਖ ਅਬਦੁੱਲਾ ਔਰ ਜਵਾਹਰ ਲਾਲ ਨਹਿਰੂ ਇਹ ਲੈਂਡ ਰਿਫਾਰਮ ਦੇ ਹੱਕ ਸਨ, ਜਿਹੜਾ ਬਾਅਦ ਵਿੱਚ ਇੰਡੀਆ 'ਚ ਹੋਇਆ ਵੀ ਕਿ ਅਸੀਂ ਲੈਂਡ ਰਿਫਾਰਮ ਕਰਾਂਗੇ। ਤੇ ਸ਼ੇਖ ਅਬਦੁੱਲਾ ਸਪੋਰਟਡ ਦ ਕਾਂਗਰਸ, ਨਾਟ ਦ ਮੁਸਲਿਮ ਲੀਗ, ਕਿਉਂਕਿ ਮੁਸਲਿਮ ਲੀਗ ਤੇ ਪ੍ਰਿੰਸਲੀ ਸਟੇਟਸ ਦੇ ਵੀ ਉਹਦੇ ਹੱਕ 'ਚ ਸੀ। ਇਹ ਉਹ ਅਗਸਤ ਦੇ ਵਿੱਚ ਜਿਹੜੀ ਸੀ ਆਪਣਾ ਇੱਕ ਤੇ ਸੀ ਨਾ ਨੈਸ਼ਨਲ ਕਾਨਫਰੰਸ, ਇੱਕ ਸੀ ਮੁਸਲਿਮ ਕਾਨਫਰੰਸ ਜਿਹੜੀ ਜੰਮੂ 'ਚ ਬੇਸ ਸੀ। ਉਹਨਾਂ ਨੇ ਪੁੰਛ ਦੇ ਵਿੱਚ ਅਪਰਾਈਜ਼ਿੰਗ ਕੀਤੀ ਔਰ ਉੱਥੋਂ ਦੇ ਹਿੰਦੂ ਸਿੱਖਾਂ ਨੂੰ ਮਾਰਿਆ। ਉਹਦੇ ਬਾਅਦ ਹਮਲੇ ਸ਼ੁਰੂ ਹੋਏ ਮੁਜ਼ੱਫਰਾਬਾਦ ਵਿੱਚ, ਕਈ 100 ਕਈ ਹਜ਼ਾਰ ਹਿੰਦੂ ਸਿੱਖ ਮਾਰ ਛੱਡੇ। ਉਹਦੇ ਬਾਅਦ ਮੀਰਪੁਰ 'ਚ ਇਹਨਾਂ ਨੇ ਮਾਰ ਛੱਡੇ। ਚੌਥੀ ਸਟੇਜ ਤੇ ਜਾ ਕੇ ਫਿਰ ਜੰਮੂ ਦੇ ਵਿੱਚ ਮਹਾਰਾਜਾ ਦੀ ਆਰਮੀ ਨੇ ਉੱਥੋਂ ਦੇ ਮੁਸਲਮਾਨਾਂ ਨੂੰ ਮਾਰਿਆ।
ਔਰ ਬਹੁਤ ਲੋਕ ਫਿਰ ਸਿਆਲਕੋਟ ਵੱਲ ਭੱਜੇ ਨੇ। ਸੋ ਇਫ ਯੂ ਕੀਪ ਦ ਕ੍ਰੋਨੋਲੋਜੀ, ਪੁੰਛ, ਦੈਨ ਮੁਜ਼ੱਫਰਾਬਾਦ, ਦੈਨ ਮੀਰਪੁਰ ਐਂਡ ਦੈਨ ਜੰਮੂ। ਇਸੇ ਦੌਰਾਨ ਪਾਕਿਸਤਾਨ ਨੇ ਉਹ ਮੁਜਾਹਿਦੀਨ ਭੇਜ ਛੱਡੇ ਜਿਹੜੇ ਬਾਰ-ਬਾਰ ਕਰਦੇ ਰਹਿੰਦੇ ਨੇ। ਮੁਜਾਹਿਦੀਨ ਵਿੱਚ ਅੱਧੇ ਪਾਕਿਸਤਾਨੀ ਫੌਜੀ ਸਨ, ਕੱਪੜੇ ਉਹਨਾਂ ਨੇ ਦੂਸਰੇ ਪਾ ਲਏ, ਤੇ ਉਹ ਫਾਟਾ ਦੇ ਇਲਾਕੇ ਤੋਂ ਵਜ਼ੀਰੀ ਔਰ ਇਹ ਦੂਸਰੀ ਟਰਾਈਬ ਜਿਹੜੀਆਂ ਨੇ ਉਹਨਾਂ ਨੂੰ ਪਾਤਾ ਵਿੱਚ। ਇਹ ਜਦੋਂ ਕਸ਼ਮੀਰ ਵਿੱਚ ਐਕਟੀਵਿਟੀ ਇਹਨਾਂ ਨੇ ਕੀਤੀ ਤੇ ਇੱਕ ਤੇ ਲੋਕਾਂ ਨੂੰ ਮਾਰਿਆ, ਕੁੜੀਆਂ ਚੁੱਕ ਕੇ ਲੈ ਗਏ ਔਰ ਲੁੱਟਮਾਰ ਬਹੁਤ ਕੀਤੀ। ਔਰ ਲੁੱਟਮਾਰ ਕਰਕੇ ਟਰੱਕ ਦੇ ਟਰੱਕ ਭਰ ਕੇ ਵਾਪਸ ਨਾਰਥ ਵੈਸਟ ਫਰੰਟੀਅਰ ਭੇਜਦੇ ਰਹੇ, ਬਜਾਏ ਕਿ ਬਾਰਾਮੂਲਾ ਤੋਂ ਇਹ ਸ੍ਰੀਨਗਰ ਜਾਣ। 2 ਦਿਨ ਉੱਥੇ ਬੈਠੇ ਰਹੇ। ਜਦੋਂ ਮਹਾਰਾਜਾ ਨੂੰ ਪਤਾ ਲੱਗਾ ਨਾ ਕਿ ਇਹ ਤੇ ਹੁਣ ਸ੍ਰੀਨਗਰ ਤੱਕ ਪਹੁੰਚ ਗਏ ਨੇ, ਉਦੋਂ ਹੀ ਵਾਂਟਡ ਇੰਡੀਆ ਟੂ ਸਪੋਰਟ। ਇੰਡੀਆ ਨੇ ਕਿਹਾ ਕਿ ਜੇ ਤੁਸੀਂ ਸਾਡੀ ਸਪੋਰਟ ਲੈਣੀ ਹੈ ਤੇ ਪਹਿਲੇ ਐਕਸੀਡ ਟੂ ਇੰਡੀਆ, ਐਕਸੈਸ਼ਨ ਹੋ ਗਈ। ਇਹਦੇ ਵਿੱਚ ਹੁਣ ਕੀ ਪ੍ਰੋਬਲਮ ਹੈ? ਪ੍ਰੋਬਲਮ ਇਹ ਹੋਇਆ ਕਿ ਮਾਊਂਟਬੈਟਨ ਵਾਸ ਦ ਗਵਰਨਰ ਜਨਰਲ ਆਫ ਇੰਡੀਆ ਐਟ ਦੈਟ ਟਾਈਮ। ਉਹਨੇ ਉਸ ਨੂੰ ਕਿਹਾ, ਨਹਿਰੂ ਨੂੰ, ਕਿ ਯੂ ਟੇਕ ਇਟ ਟੂ ਦ UN ਕਿ ਪਾਕਿਸਤਾਨ ਇਜ਼ ਦ ਅਗਰੈਸਰ। ਔਰ ਉਹਦੇ ਬਾਅਦ ਇਹ UN ਦੇ ਰੈਜ਼ੋਲੂਸ਼ਨ ਜਿਹੜੇ ਨੇ ਲੋਕ ਇੱਧਰ ਉੱਧਰ ਜ਼ਿਕਰ ਕਰਦੇ ਨੇ, ਜਿਨ੍ਹਾਂ ਦਾ ਹੁਣ ਕੋਈ ਮਾਇਨੇ ਨਹੀਂ ਹੈਗਾ। ਜੇ ਕਹੋਗੇ ਤੇ ਉਸ 'ਤੇ ਵੀ ਗੱਲ ਕਰ ਲਾਂਗੇ। ਸੋ ਹਾਊ ਕੈਨ ਯੂ ਬਲੇਮ ਨਹਿਰੂ ਫॉर दैट ਵਨਸ ਅਗੇਨ? ਬਈ ਮਿਲਟਰੀ ਐਕਸ਼ਨ ਤੇ ਜਿਨ੍ਹਾਂ ਸਾਹਮਣੇ ਕਰਵਾਇਆ। ਅਲਬੱਤਾ ਇੱਕ ਹੋਰ ਗੱਲ ਜਿਹੜੀ ਕਿ ਇੰਡੀਆ 'ਚ ਜ਼ਿਆਦਾ ਨਹੀਂ ਕੀਤੀ ਜਾਂਦੀ, 1 ਨਵੰਬਰ 1947 ਨੂੰ ਗਵਰਨਰ ਜਨਰਲ ਮਾਊਂਟਬੈਟਨ ਕੇਮ ਟੂ ਲਾਹੌਰ। ਜਵਾਹਰ ਲਾਲ ਨਹਿਰੂ ਨੇ ਵੀ ਆਉਣਾ ਸੀ, ਕਹਿੰਦੇ ਨੇ ਉਹ ਬਿਮਾਰ ਪੈ ਗਏ। ਉੱਥੇ ਉਹਨਾਂ ਨੇ ਆਫਰ ਕੀਤੀ ਜਿਨ੍ਹਾਂ ਸਾਹਿਬ ਨੂੰ ਕਿ ਲੈਟਸ ਹੈਵ ਅ ਪਲੇਬਸਾਈਡ ਇਨ ਜੂਨਾਗੜ੍ਹ, ਹੈਦਰਾਬਾਦ ਸਿੰਧ, ਹੈਦਰਾਬਾਦ ਦੱਕਨ ਐਂਡ ਕਸ਼ਮੀਰ, ਜਿਨ੍ਹਾਂ ਓਵਰ ਰੂਲਡ ਇਟ। ਇਹਦੇ ਬਾਅਦ ਚੌਧਰੀ ਮੁਹੰਮਦ ਅਲੀ ਜਿਹੜੇ ਬਾਅਦ ਵਿੱਚ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਵੀ ਬਣੇ ਨੇ, ਉਹ ਲਿਖਦੇ ਨੇ ਕਿ ਮੈਂ ਔਰ ਨਵਾਬਜ਼ਾਦਾ ਲਿਆਕਤ ਅਲੀ ਖਾਨ, ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਵੀ ਕੇਮ ਟੂ ਦਿੱਲੀ ਇਨ December 1947। ਉੱਥੇ ਇਹੀ ਕਸ਼ਮੀਰ, ਜੂਨਾਗੜ੍ਹ ਦੀ ਗੱਲਾਂ ਸ਼ੁਰੂ ਹੋ ਗਈਆਂ। ਤੇ ਸਰਦਾਰ ਪਟੇਲ ਨੇ ਕਿਹਾ, ਵਾਈ ਡੂ ਯੂ ਕੀਪ ਟਾਕਿੰਗ ਅਬਾਊਟ ਜੂਨਾਗੜ੍ਹ, ਲੈਟ ਅਸ ਸੈਟਲ ਕਸ਼ਮੀਰ ਐਂਡ ਹੈਦਰਾਬਾਦ, ਯੂ ਕੀਪ ਕਸ਼ਮੀਰ ਐਂਡ ਵੀ ਕੀਪ ਹੈਦਰਾਬਾਦ। ਐਂਡ ਆਈ ਹੈਵ ਕੋਟਡ ਇਨ ਮਾਈ ਬੁੱਕ ਪੂਰੇ ਰੈਫਰੈਂਸ ਦੇ ਨਾਲ ਕਿ ਕਿੱਥੇ ਕਿੱਥੇ ਕੀ ਕਿਹਾ ਗਿਆ। ਐਂਡ ਜਿਨ੍ਹਾਂ ਵਨਸ ਅਗੇਨ ਓਵਰ ਰੂਲਡ ਇਟ। ਤੇ ਕਸ਼ਮੀਰ ਜੇ ਪੀਸਫੁਲੀ ਆ ਵੀ ਰਿਹਾ ਸੀ ਕਿ ਬਿਕੋਜ਼ ਅਨਲਾਈਕ ਨਹਿਰੂ, ਸਰਦਾਰ ਪਟੇਲ ਵਾਂਟਡ ਕਿ ਹਿੰਦੂ ਪੋਪੂਲੇਸ਼ਨ ਜੇ ਹੁਣ ਪਾਰਟੀਸ਼ਨ ਹੋ ਰਹੀ ਹੈ ਤੇ ਮੁਸਲਿਮ ਇਲਾਕੇ ਜਿਹੜੇ ਨੇ ਉਹ ਘੱਟ ਤੋਂ ਘੱਟ ਹੋਣ ਤਾਂ ਕਿ ਵੀ ਕੈਨ ਕੰਸੋਲੀਡੇਟ ਇੰਡੀਆ। ਨਹਿਰੂ ਵਾਜ਼ ਐਨ ਆਈਡੀਅਲਿਸਟ ਹੂ ਬਿਲੀਵਡ ਕਿ ਅਸੀਂ ਸਾਰੇ ਮਿਲ ਕੇ ਇੱਕ ਨਇਆ ਹਿੰਦੁਸਤਾਨ ਬਣਾਵਾਂਗੇ। ਤਾਂ ਨਹਿਰੂ ਨੂੰ ਬਲੇਮ ਕਰਨਾ ਵਨਸ ਅਗੇਨ ਬੇਮਾਇਨੀ, ਬੇਬੁਨਿਆਦ ਹੈ। ਸੋ ਇਹ ਤਾਂ ਹੈਗੀ ਜੀ ਹਿਸਟਰੀ। ਹੁਣ ਜੀ। ਉਹ ਹੋ ਗਈ, ਅਸੀਂ ਉਸ ਤੋਂ ਅੱਗੇ ਲੰਘ ਆਏ, ਬਹੁਤ ਜੀ। ਸਾਲ ਬੀਤ ਗਏ ਨੇ ਜੀ। ਹਮੇਸ਼ਾ ਤੁਸੀਂ ਹਿਸਟਰੀ ਪੜ੍ਹ ਕੇ ਨਹੀਂ ਬੈਠ ਸਕਦੇ, ਬੇਸ਼ੱਕ। ਹੁਣ ਅੱਗੇ ਵਧਣਾ ਜੀ। ਤੇ ਹੁਣ ਉਹ ਜਿਹੜਾ ਕੰਟੀਨੈਂਟ ਹੈ, ਜਿਹੜੇ ਇਹ ਬੀਜ ਉੱਥੇ ਬੀਜੇ ਗਏ ਨੇ ਨਫ਼ਰਤ ਦੇ, ਝਗੜੇ ਦੇ, ਲੜਾਈ ਜੀ। ਦੇ, ਹੁਣ ਹਿਸਟਰੀ ਦੀ ਬਹਿਸ 'ਚ ਪੈ ਕੇ ਤੇ ਇਹਨਾਂ ਦਾ ਕੋਈ ਸੋਲੂਸ਼ਨ ਨਹੀਂ ਹੈ। ਜੀ। ਤੁਸੀਂ ਹੁਣ ਪੋਲੀਟੀਕਲ ਸਾਇੰਟਿਸਟ ਹੋ ਜੀ। ਹੁਣ ਮਤਲਬ ਕਿਵੇਂ ਉਹ ਖਿੱਤਾ ਪੀਸਫੁਲੀ ਰਹਿ ਸਕਦਾ? ਕੀ ਬੇਸ਼ੱਕ। ਸਾਡੀ ਹੁਣ ਅਸਲ 'ਚ ਫਿਊਚਰਿਸਟਿਕ ਸੋਚ ਕੀ ਹੋਣੀ ਚਾਹੀਦੀ ਹੈ? ਬੜੀ ਅੱਛੀ ਗੱਲ ਹੈ। ਦੇਖੋ, ਦੁਨੀਆ ਦੇ ਵਿੱਚ ਜਦੋਂ ਕਲੋਨੀਅਲਿਜ਼ਮ ਨੇ ਵਿਡਰਾਅ ਕੀਤਾ ਹੈ ਤੇ ਆਰਬਿਟਰੀ ਬਾਰਡਰਸ ਸਾਰੀ ਜਗ੍ਹਾ ਡਰਾਅ ਕੀਤੇ ਗਏ ਨੇ। ਸਾਰੇ ਅਫਰੀਕਾ ਦੇ ਵਿੱਚ ਤੁਸੀਂ ਦੇਖੋ ਤੇ ਇੱਕੋ ਹੀ ਟਰਾਈਬ ਕੁਝ ਇਸ ਪਾਸੇ ਆ ਗਈ ਹੈ, ਕੁਝ ਉਸ ਪਾਸੇ ਆ ਗਈ ਹੈ। ਹਾਂਜੀ, ਸਾਊਥ ਈਸਟ ਏਸ਼ੀਆ, ਆਸੀਅਨ ਦੇ ਮੁਲਕਾਂ ਜਿਹੜੇ ਨੇ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਇਹ ਸਾਰੇ ਮੁਲਕਾਂ ਦੇ ਵੀ ਟੈਰੀਟੋਰੀਅਲ ਡਿਸਪਿਊਟਸ ਬੜੇ ਸੀਰੀਅਸ ਹੈਗੇ ਨੇ। ਬਟ ਨਨ ਆਫ them ਹੈਵ ਨਾ ਹੈਗਾ ਆਰਗੇਨਾਈਜੇਸ਼ਨ ਆਫ ਅਫਰੀਕਨ ਯੂਨਿਟੀ। ਇਹ ਉਹਨਾਂ ਦਾ ਅਸੂਲ ਹੈ ਕਿ ਜਿਹੜੇ ਬਾਰਡਰ ਸਾਨੂੰ ਮਿਲ ਗਏ ਸਨ ਉਹਨਾਂ ਨੂੰ ਅਸੀਂ ਡਿਸਟਰਬ ਨਹੀਂ ਕਰਨਾ, ਵਰਨਾ ਇਹ ਤਾਂ ਖਤਮ ਹੀ ਨਹੀਂ ਹੋਏਗੀ। ਸੋ ਵੀ ਵਿਲ ਬਿਲਡ ਆਵਰ ਨੇਸ਼ਨਸ ਐਂਡ ਵਟਐਵਰ ਵਿਦਨ ਦ ਫਰੇਮਵਰਕਸ ਲੈਫਟ ਬਾਈ ਦ ਕਲੋਨੀਅਲ ਪਾਵਰਸ, ਬ੍ਰਿਟਿਸ਼, ਫ੍ਰੈਂਚ, ਪੋਰਚੁਗੀਜ਼। ਠੀਕ ਹੈ। ਇਸ ਤਰ੍ਹਾਂ ਹੀ ਆਸੀਅਨ ਮੁਲਕਾਂ ਨੇ, ਸਿੰਗਾਪੁਰ ਦਾ ਔਰ ਮਲੇਸ਼ੀਆ ਦਾ ਬੜਾ ਝਗੜਾ ਹੈ ਕਿ ਪਾਣੀ ਦਾ ਕਿੱਥੇ ਸ਼ੁਰੂ ਕਿਸ ਦਾ ਹੁੰਦਾ ਹੈ। ਬਟ ਦੇ ਹੈਵ ਆਲ ਵਾਈਲ ਮੇਨਟੇਨਿੰਗ ਕਿ ਇਹ ਡਿਸਪਿਊਟਸ ਹਨ, ਅਲਾਉਡ ਇਕਨੋਮਿਕ ਕੋਆਪਰੇਸ਼ਨ ਔਰ ਪੀਸ।
nobody has resorted to force. ਸਾਡੇ ਇਲਾਕੇ 'ਚ ਵੀ ਜਿਹੜੇ ਬਾਰਡਰ ਬਣ ਗਏ ਸਨ ਉਹ ਦੇਖਿਆ ਜਾਏ they can be accepted as historical facts. What about Kashmir? ਕਸ਼ਮੀਰ ਦੇ ਲਈ 4 ਜੰਗਾਂ ਦੇ ਜ਼ਰੀਏ ਕੋਸ਼ਿਸ਼ ਤੇ ਹੋਈ ਹੈ ਨਾ ਕਿ ਇਹਦੇ ਬਾਰਡਰ ਬਦਲੇ ਜਾਣ, ਵਰਨਾ ਜੰਗ ਕਾਹਦੇ ਲਈ ਕੀਤੀ ਹੈ। ਔਰ ਫਿਰ ਵਾਜਪਾਈ ਸਾਹਿਬ ਆਏ ਔਰ ਲਾਹੌਰ ਅਕੋਰਡ ਵੀ ਹੋ ਗਿਆ ਤੇ ਉਹਦੇ ਬਾਅਦ ਕਾਰਗਿਲ ਹੋ ਗਿਆ। ਤੇ ਜਦੋਂ ਕੋਸ਼ਿਸ਼ ਹੋਈ ਹੈ ਕਿ ਕਿਸੇ ਤਰੀਕੇ ਨਾਲ ਇਸ ਨੂੰ ਬਦਲਿਆ ਜਾਏ ਤੇ ਇਟ ਹੈਜ਼ ਲੈਡ ਟੂ ਆਲ ਥੀਸ ਕਨਫਲਿਕਟਸ। ਸੋ ਮਾਈ ਆਰਗੂਮੈਂਟ ਇਜ਼ ਅ ਸਿੰਪਲ ਵਨ। Just as the African nations and the Southeast Asian nations have accepted the borders and still अपनी ਜਿਹੜੇ dispute ਨੇ peacefully resolve ਕਰੋ, trade ਕਰੋ, ਆਉਣ ਜਾਣ, ਤੁਸੀਂ ਵੀ ਇੰਜ ਕਰ ਦਿਓ। ਔਰ ਕਸ਼ਮੀਰ ਦਾ ਬਾਰਡਰ ਜਿਹੜਾ ਆਪਣਾ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੀ ਬੜੀ ਇੱਕ ਮੈਂ ਸਮਝ enlightened statement ਹੈ ਕਿ borders cannot be redrawn but borders can be made meaningless। ਇਸ ਤੋਂ ਜ਼ਿਆਦਾ ਰੀਅਲਿਸਟਿਕ ਔਰ ਖੂਬਸੂਰਤ ਗੱਲ ਹੋਰ ਕੀ ਹੋ ਸਕਦੀ ਹੈ ਕਿ ਤੁਸੀਂ ਲਾਈਨ ਆਫ ਕੰਟਰੋਲ ਜਿੱਥੇ ਇੰਨੇ ਲੋਕ ਤੁਸੀਂ ਮਰਵਾਤੇ ਨੇ, ਤੁਸੀਂ ਇਹਨੂੰ ਇੰਟਰਨੈਸ਼ਨਲ ਬਾਰਡਰ ਬਣਾ ਦਿਓ। ਔਰ ਇਹ ਬਾਰਡਰ ਜਿਹੜਾ ਟਰਸਟ ਦੇ ਉੱਤੇ ਬਿਲਟ ਹੋਵੇ ਕਿ ਇਹ ਵਾਇਲੇਟ ਨਹੀਂ ਹੋਏਗਾ। ਇੰਡੀਆ ਵਿਲ ਕੀਪ ਇਟਸ ਕਸ਼ਮੀਰ, ਪਾਕਿਸਤਾਨ ਵਿਲ ਕੀਪ ਇਟਸ ਕਸ਼ਮੀਰ, ਬਟ ਦ ਏਮ ਇਜ਼ ਕਿ ਇਹ ਦੋਨੋਂ ਕਸ਼ਮੀਰ ਦੇ ਵਿੱਚ ਐਕਟੀਵਿਟੀ ਆਉਣ ਜਾਣ ਦੀ ਰਿਸ਼ਤੇਦਾਰੀਆਂ ਹੈਗੀਆਂ ਨੇ, ਸ਼ਾਦੀਆਂ ਨੇ, ਮਰਨ ਜਿਉਂ ਨੇ, ਉਹ ਤੁਹਾਡਾ ਨਾਰਮਲ ਹੋ ਜਾਏ। ਇਹੀ ਚਾਹੀਦਾ ਨਾ ਦੁਨੀਆ 'ਚ। ਅਸੀਂ ਐਸੀ ਐਕਸਪੈਰੀਮੈਂਟ ਨੂੰ ਫਿਰ ਪੰਜਾਬ ਵਿੱਚ ਵੀ ਲੈ ਆਈਏ। ਸਾਡੇ ਕਿਹੜੇ ਝਗੜੇ ਨੇ, ਤੇ ਸਿੰਧ ਵਿੱਚ ਵੀ ਅਸੀਂ ਕਰ ਦਈਏ। ਔਰ ਉਹਦਾ ਵੀ ਵਰਕਿੰਗ ਮਾਡਲ ਹੈਗਾ ਯੂਰਪੀਅਨ ਯੂਨੀਅਨ। ਲੋਕ ਇੱਕ ਦੂਜੇ ਪਾਸੇ ਜਾਣ, ਖੁੱਲਾ ਬਾਰਡਰ ਹੋਏ। ਜਾਣ ਜਿਸ ਤਰ੍ਹਾਂ ਤੁਹਾਡੀ ਮੇਰੀ ਪੂਰੀ ਸ਼ਾਮ ਅੱਜ ਬੈਠ ਕੇ ਗੱਲਬਾਤ ਹੋ ਸਕਦੀ ਹੈ, ਮੈਂ ਕਿਸੇ ਅਰਬ ਨਾਲ ਤੇ ਨਹੀਂ ਨਾ ਕਰ ਸਕਦਾ। ਸਿਰਫ ਨਮਾਜ਼ ਵਿੱਚ ਉਹਦਾ ਮੇਰਾ ਹਿੱਸਾ ਹੋ ਸਕਦਾ ਹੈ ਐਂਡ ਦੈਟਸ ਆਲ। ਸਾਡਾ ਕਲਚਰ, ਸਾਡੀ ਜ਼ੁਬਾਨ, ਸਾਡਾ ਤਰੀਕਾ ਜ਼ਿੰਦਗੀ ਨੂੰ ਦੇਖਣ ਦਾ ਬਿਲਕੁਲ ਇੱਕੋ ਜੈਸਾ ਹੀ ਹੈਗਾ। ਤੇ ਇੱਥੇ ਤੇ ਨੈਚੁਰਲ ਹੈ ਕਿ ਇਹ ਬਾਰਡਰ ਜਿਹੜੇ ਬਣੇ ਸਨ ਉਹ ਟੈਕਨੀਕਲੀ ਰਹਿਣ, ਬਟ ਦੇ ਸ਼ੁੱਡ ਬੀ ਮੇਡ ਮੀਨਿੰਗਲੈਸ। ਟ੍ਰੇਡ ਤੁਸੀਂ ਕਰੋ, ਆਉਣ ਜਾਣ ਕਰੋ, ਸਟਾਰਟ ਵਿਦ 65 ਇਅਰਸ ਪਲੱਸ, ਦੋਨੋਂ ਪਾਸੇ ਆਉਣ ਜਾਣ ਔਰ ਲੋਕਾਂ ਨੂੰ ਮਿਲਣ। ਉੱਥੋਂ ਹੀ ਤੁਹਾਨੂੰ ਪਤਾ ਲੱਗੇ ਕਿ ਯਾਰ। ਆਖਰੀ ਮੇਰਾ ਸਵਾਲ ਇਹ ਹੈ ਜੀ ਕਿ ਜਿਹੜਾ ਇੱਕ ਇਹ ਸਾਡੇ ਸਾਰੇ ਕਮਿਊਨਿਟੀ ਦੇ ਕਲਚਰ 'ਚ ਹੈ ਕਿ ਜੀ ਸਾਡਾ ਰਾਜ ਹੁੰਦਾ ਸੀ, ਸਾਡਾ ਰਾਜ ਬਣਾਉਣਾ ਜੀ। ਹੁਣ ਅੱਜ ਦਾ ਜਿਹੜਾ ਗਲੋਬਲਾਈਜ਼ਡ ਵਰਲਡ 'ਚ ਅਸੀਂ ਰਹਿ ਰਹੇ ਹਾਂ ਜੀ, ਇਹ ਜਿਹੜਾ ਕੋਈ ਸਟੇਟ ਦਾ ਪੁਰਾਣਾ ਸਾਡੇ ਮਨਾਂ 'ਚ ਸੰਸਕਾਰ ਬੜਿਆ ਕਿ ਸਾਡਾ ਰਾਜ ਹੋਏ, ਕਿ ਉਹ ਰਾਜ ਅੱਜ ਦੀ ਦੁਨੀਆ ਦੇ 'ਚ ਉਹ ਉਸ ਤਰ੍ਹਾਂ ਦੇ ਉਹ ਖਿਆਲ ਪੋਸੀਬਲ ਨੇ ਕਿ ਜਾਂ ਅਸੀਂ ਉਹ ਪੁਰਾਣੇ ਸੰਸਕਾਰ ਲੈ ਕੇ ਅੱਜ ਦੀ ਦੁਨੀਆ ਨਾਲ ਖਾਮਖਾ ਝਗੜ ਰਹੇ ਹਾਂ? ਠੀਕ ਹੈ। ਹੁਣ ਦੇਖੋ ਨਾ, ਇਸ ਨੂੰ ਜੇ ਅਸੀਂ ਕਹੀਏ ਸਾਡਾ ਰਾਜ, ਤੇ ਅੰਗਰੇਜ਼ਾਂ ਦੇ ਆਉਣ ਤੋਂ ਪਹਿਲੇ ਫਿਰ ਕਿਸ ਦਾ ਰਾਜ ਸੀ? ਕਿ ਆ ਮੁਗਲਾਂ ਨੂੰ ਵਾਪਸ ਬੁਲਾਈਏ ਕਿ ਵੀ ਸਾਰੇ ਇੰਡੀਆ ਦੇ ਉਹ ਤੁਸੀਂ ਐਮਪਰਰ ਬਣ ਜਾਓ? ਕਿਆ ਮਰਾਠਿਆਂ ਨੂੰ ਕਹੀਏ ਕਿ ਤੁਸੀਂ ਆਪਣੀ ਉਹ ਹਕੂਮਤ ਕਰ ਲਓ? ਜਾਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਡਿਸੈਂਡੈਂਟਸ ਨੇ ਉਹਨੂੰ ਲੱਭੀਏ? ਹਰ ਇੱਕ ਦਾ ਕਲੇਮ ਇਕੁਅਲ ਹੈਗਾ। ਬ੍ਰਿਟਿਸ਼ ਕਹਿਣਗੇ ਸਾਡਾ ਸਾਰੀ ਦੁਨੀਆ ਬ੍ਰਿਟਿਸ਼ ਹੋਣਗੇ, ਅਸੀਂ ਵਾਪਸ ਆ ਜਾਂਦੇ ਹਾਂ। ਵਾਟ ਅਬਾਊਟ ਅਸ? ਇੱਕ ਹੋਰ ਗੱਲ ਹੈ, ਇਹ ਸਾਰੇ ਰਾਜ ਸਨ ਕਿ ਜੰਗ ਵਿੱਚ ਕੌਣ ਜਿੱਤਿਆ ਹੈ? ਮਹਾਰਾਜਾ ਰਣਜੀਤ ਸਿੰਘ ਨੇ ਬਾਕੀਆਂ ਨੂੰ ਹਰਾ ਕੇ ਹਕੂਮਤ ਬਣਾਈ ਔਰ ਹਕੂਮਤ ਕੀਤੀ। ਮੁਗਲਾਂ ਨੇ ਇਬਰਾਹਿਮ ਲੋਧੀ ਕੋਲੋਂ ਜੰਗ ਜਿੱਤ ਕੇ ਤੇ ਹਕੂਮਤ ਕੀਤੀ। ਸ਼ਿਵਾ ਜੀ ਨੇ ਔਰ ਉਹਨਾਂ ਦੇ ਫਾਲੋਅਰਸ ਨੇ ਔਰੰਗਜ਼ੇਬ ਦੇ ਨਾਲ ਲੜ ਕੇ ਤੇ ਆਪਣੀ ਹਕੂਮਤ ਬਣਾਈ। ਬਟ ਦੇ ਵਰ ਉਦੋਂ ਹਕੂਮਤਾਂ ਕਿਆ ਇਲੈਕਸ਼ਨ ਦੀ ਬੁਨਿਆਦ ਤੇ ਹੁੰਦੀਆਂ ਸਨ? ਨੋ। ਕਿਆ ਆਰਗੂਮੈਂਟ ਦੀ ਬੁਨਿਆਦ ਤੇ ਹੁੰਦੀਆਂ ਸਨ? ਨੋ। 20th century onwards the whole way of conducting politics has been civilized। ਕਿ ਇੱਕ ਅਸੈਂਬਲੀ ਹੋਏਗੀ, ਇੱਕ ਕਨਸਟੀਟਿਊਸ਼ਨ ਹੋਏਗੀ ਔਰ ਦ ਰੂਲ ਆਫ ਲਾਅ ਐਸਟੈਬਲਿਸ਼ ਹੋਏਗਾ। ਉਹਦੇ ਵਿੱਚ ਤੁਹਾਨੂੰ ਜੇ ਇੱਕ ਵੱਡਾ ਮੁਲਕ ਹੈ ਤੇ ਉਹ ਇੱਕ ਫੈਡਰੇਸ਼ਨ ਹੋਏਗੀ, ਸੈਂਟਰ ਕੋਲ ਇਹ ਪਾਵਰਸ ਹੋਣਗੀਆਂ, ਇਹ ਪ੍ਰੋਵਿੰਸਿਸ ਕੋਲ ਹੋਣਗੀਆਂ। ਜਿਹੜੇ ਨੈਸ਼ਨਲ ਰਿਸੋਰਸਿਸ ਨੇ ਉਹ ਲੋਕਾਂ ਦੀ ਖਿਦਮਤ ਲਈ ਇਸਤੇਮਾਲ ਹੋਣਗੇ। ਹਾਂਜੀ, ਤੇ ਅੱਜ ਦੇ ਦੌਰ ਵਿੱਚ ਇੱਕ ਡਾਇਨੈਸਟੀ ਦੀ ਹਕੂਮਤ ਦੁਬਾਰਾ ਕੌਣ ਵਾਪਸ ਲੈ ਕੇ ਆਏਗਾ? ਕਿਸੇ ਰਿਲੀਜਨ ਬੇਸਡ ਕੋਈ ਸਟੇਟ? ਜੀ ਜੀ, ਨਹੀਂ, ਇਟਸ ਆਲ ਓਵਰ ਰਿਲੀਜਨ ਸਟੇਟ ਬੇਸਡ। ਜੇ ਅਸੀਂ ਹੁਣ ਪਾਕਿਸਤਾਨ ਬਣਾ ਕੇ ਤੁਹਾਡੇ ਸਾਹਮਣੇ, ਇਸ ਤੋਂ ਬਿਹਤਰ ਐਕਸਪੈਰੀਮੈਂਟ ਕਿਹੜਾ ਹੈ? ਸਾਰੇ ਹਿੰਦੂ ਕੱਢਤੇ, ਸਾਰੇ ਸਿੱਖ ਭਜਾਤੇ ਤੇ ਸਾਰੇ ਮੁਸਲਮਾਨ ਹੀ ਸਨ ਨਾ। ਛੋਟੀਆਂ ਨੇ ਮਾਈਨੋਰਿਟੀਜ਼ ਸਨ। ਮਾਈਨੋਰਿਟੀਜ਼ ਦਾ ਅਸੀਂ ਸਤਿਆਨਾਸ਼ ਕਰਤਾ ਹੈ। ਉਹਨਾਂ ਦੇ ਚਰਚਿਸ,
ਹਿੰਦੂ ਕੁੜੀਆਂ ਨੂੰ ਚੁੱਕ ਚੁੱਕ ਕੇ ਤੇ ਕਨਵਰਟ ਕਰਨਾ ਔਰ ਮੁਸਲਮਾਨਾਂ ਨਾਲ ਵਿਆਹ ਕਰ ਦੇਣਾ, ਇਹ ਗੁੰਡਾਗਰਦੀ ਹੈ। ਦਿਸ ਇਜ਼ ਗ੍ਰੋਸ ਵਾਇਲੇਸ਼ਨ ਆਫ ਹਿਊਮਨ ਰਾਈਟਸ। ਔਰ ਸਿੱਖ 2-3 ਜਿਹੜੇ ਵਿਚਾਰੇ ਕੋਈ ਬਿਜ਼ਨਸਮੈਨ ਨੇ, ਉਹਨਾਂ ਨੂੰ ਜਾ ਕੇ ਗੋਲੀਆਂ ਮਾਰ ਕੇ ਇਹਨਾਂ ਨੇ ਮਾਰ ਛੱਡਿਆ। 1-2 ਬੰਦੇ ਕੋਈ ਫੌਜ 'ਚ ਰੱਖ ਲਏ ਨੇ ਡੈਕੋਰੇਸ਼ਨ ਲਈ। ਬਟ ਨੋ ਮਾਈਨੋਰਿਟੀ ਸੇਫ ਇਨ ਪਾਕਿਸਤਾਨ। 1 ਆਰ ਮੁਸਲਿਮ ਸੇਫ ਇਨ ਪਾਕਿਸਤਾਨ? ਨਾਟ ਐਟ ਆਲ। ਸ਼ੀਆ ਸੁੰਨੀ ਟੈਰਰਿਜ਼ਮ 90 'ਚ ਜਿਹੜਾ ਹੋਇਆ ਹੈ, ਉਹਦੇ 'ਚ ਇਹਨਾਂ ਨੇ ਇੱਕ ਦੂਸਰਿਆਂ ਦੇ ਇਬਾਦਤ ਗਾਹਾਂ ਦੇ ਵਿੱਚ ਇਮਾਮ ਬਾਰਗਾਹ ਸ਼ੀਆਂ ਦਾ ਤੇ ਮੁਸਲਮਾਨਾਂ ਦੀ ਮਸਜਿਦਾਂ ਸੁੰਨੀਆਂ ਦੀ, ਉਹਦੇ ਵਿੱਚ ਵੜ ਕੇ ਬ੍ਰੇਨ ਗਨਾਂ ਨਾਲ ਲੋਕਾਂ ਨੂੰ ਮਾਰਿਆ ਜਿਹੜੇ ਨਮਾਜ਼ ਪੜ੍ਹ ਰਹੇ ਸਨ। ਇਹਨਾਂ ਨੇ ਕਿਹੜਾ ਇਨਸਾਨੀ ਵਰਤਾਓ ਕੀਤਾ ਹੈ? ਬਹੁਤ ਅੱਛਾ ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਨੂੰ ਇਨਲਾਈਟਨ ਕੀਤਾ। ਔਰ ਉਮੀਦ ਹੈ ਜਿਹੜੀ ਇਹ ਥਾਟ ਤੁਸੀਂ ਸ਼ੇਅਰ ਕਰ ਰਹੇ ਹੋ ਇਹਨੂੰ ਹੋਰ ਬਹੁਤ ਮਿਹਰਬਾਨੀ, ਤੁਹਾਡੇ ਐਸੇ ਸੱਜਣਾਂ ਦੀ ਜ਼ਰੂਰਤ ਹੈ ਤੇ ਤੁਸੀਂ ਇਹ ਪਲੇਟਫਾਰਮ ਦੇ ਦਿੰਦੇ ਹੋ, ਤਾਂ ਜੋ ਮੈਨੂੰ ਸਮਝ ਆਉਂਦੀ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦਾ। ਬਹੁਤ ਸ਼ੁਕਰੀਆ, ਥੈਂਕ ਯੂ। ਥੈਂਕ ਯੂ ਸੋ ਮਚ।